ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਆਪੇ ਕਰਨੈ ਹਾਰਾ। ਚਰਨ ਧੂੜ ਤੇਰੀ ਸੇਵਕ ਮੰਗੈ, ਤੇਰੇ ਦਰਸ਼ਨ ਕੋ ਬਲਿਹਾਰਾ। ਮੇਰੇ RAM ਰਾਏ ਜਿਉ ਰਾਖੈ ਤਿਉ ਰਹੀਐ। ਤੁਧ ਭਾਵੈ ਤਾਂ ਨਾਮ ਜਪਾਵੈ, ਸੁਖ ਤੇਰਾ ਦਿੱਤਾ ਲਹੀਐ। ਮੁਕਤ ਭੁਗਤ ਜੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਏ। ਤਾਹਾਂ ਬੈਕੁੰਠ ਜਹ ਕੀਰਤਨ ਤੇਰਾ, ਤੂੰ ਆਪੇ ਸਰਦਾ ਲਾਏ। ਸਿਮਰ 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 ਨਾਮ ਜੀਵਾ, ਤਨ ਮਨ ਹੋਏ ਨਿਹਾਲਾ। ਚਰਨ ਕਮਲ ਤੇਰੇ ਧੋਏ ਧੋਏ ਪੀਵਾ, ਮੇਰੇ ਸਤਿਗੁਰ ਦੀਨ ਦਿਆਲਾ। ਕੁਰਬਾਨ ਜਾਈ ਉਸ ਵੇਲਾ ਸੁਹਾਵੀ, ਜਿਤ ਤੁਮਰੈ ਦੁਆਰੈ ਆਇਆ। ਨਾਨਕ ਕੋ ਪ੍ਰਭ ਪੇ ਕਿਰਪਾਲਾ, ਸਤਿਗੁਰ ਪੂਰਾ ਪਾਇਆ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋ ਕੁਰਸੋ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਬੇਸਾਹੋ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪੰਜਵਾ। ਤ੍ਰਿਪਤ ਅਗਾਏ ਸੰਤਾ, ਗੁਰ ਜਾਣੇ ਜਿਨ ਮੰਤਾ। ਤਾਂ ਕੀ ਕਿਛ ਕਹਿਨ ਨਾ ਜਾਈ, ਜਾ ਕੋ ਨਾਮ ਬੜਾਈ। ਤ੍ਰਿਪਤ ਅਗਾਏ ਸੰਤਾ, ਗੁਰ
गुर जाने जिन मनता, ताकि किश कहन न जाई। जाको नाम बढ़ाई, लाल अमोला लालो। अगह अतोला नामो रहाव। अवगत स्यों मान्या मानो, गुरमुख तत् ज्ञानो। पेखत सगल निधानो, तजियो मन ते अभिमानो। निश्चल तिनका ठाणा, गुर ते महल पछाणा। अन दिन गुर मिल जागे, हर की सेवा लागे। पूरन तृप्त अगाए, सहज समाध सुभाए। हर भंडार हाथ आया, नानक गुर पूरे ते पाया। पूरन तृप्त अगाए, सहज समाध सुभाए। हर भंडार हाथ आया, नानक गुर पूरे गुर नानक गुर ते पाया। वाहिगुरु जी का खालसा, वाहिगुरु जी की फतेह। परम सन्मानयोग जुगो जुग अटल चौबर छतर तख दे मालक, धन धन साहिब श्री गुरु ग्रंथ साहिब सच्चे सतगुरु जी की पावन पवित्र निੱਘੀ गोद अंदर जुड़ बैठे गुरु रूप गुरु सवारे सत संगी जनो। आप जी वड्डियां भागां वाले हो, जो दशमेश पिता गुरु कलगीधर सतगुरु अमृत के दाते सरबंस दानी सहबे कमाल हक हक अंदेश गुरु गोबिंद सिंह बादशाह दरवेश गुरु गोबिंद सिंह शाह शहनशाह धन धन साहिब श्री गुरु गोबिंद सिंह महाराज जी दी चरण छो धरती गुरुद्वारा मंजी साहिब आलमगीर विखे ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨਾਂ ਵਿੱਚ ਆਪ ਜੀ ਨੇ ਹੁਣੇ ਹੀ ਸਤਿਕਾਰਯੋ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸਰਵਣ ਕੀਤੇ ਹਨ। सो आओ गुरु सवारियो, समा है जो चल रही लड़ीवार गुरबाणी की कथा मारू राग दे विचों आप संगतां श्रवण करदियां आ रहीआं हन। जो पावन शब्द आप जी ने हुणे ही श्रवण कीता है, इस पावन शब्द की आपां ने विचार श्रवण करनी है। आओ अपनियां मन बिरतियां इकागर करिए, ध्यान गुरु चरणा नाल जोड़िए ते सतगुरु महाराज जी दे पावन उपदेश नूं
ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ, ਆਖੋ ਜੀ ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪੰਜਵਾ। ਤ੍ਰਿਪਤ ਅਗਾਏ ਸੰਤਾ, ਗੁਰ ਜਾਣੇ ਜਿਨ ਮੰਤਾ। ਮਾਰੂ ਰਾਗ ਦੇ ਵਿੱਚ ਪੰਜਵੇਂ ਗੁਰਦੇਵ, ਪੰਜਵੇਂ ਪਾਤਸ਼ਾਹ, ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ 1006 ਅੰਕ ਤੇ ਸਾਡੇ ਉੱਤੇ ਬਖਸ਼ਿਸ਼ ਕਰ ਰਹੇ ਹਨ। ਅੱਜ ਦੇ ਇਸ ਪਾਵਨ ਸ਼ਬਦ ਦੁਆਰਾ ਚੋਜੀ ਪ੍ਰੀਤਮ ਪਾਤਸ਼ਾਹ ਮਹਾਰਾਜ ਜੀ ਇਹ ਦੱਸ ਰਹੇ ਨੇ ਕਿ ਪਰਮਾਤਮਾ ਦਾ ਨਾਮ ਹੀ ਅਸਲ ਖਜ਼ਾਨਾ ਹੈ। ਪਰਮਾਤਮਾ ਦਾ ਨਾਮ ਅਸਲ ਖਜ਼ਾਨਾ ਹੈ। ਖਜ਼ਾਨਿਆਂ ਵਿੱਚੋਂ ਸ਼੍ਰੇਸ਼ਠ ਖਜ਼ਾਨਾ ਹੈ। ਜਿਹੜੇ ਇਸ ਨਾਮ ਨੂੰ ਜਪਦੇ ਨੇ, ਇਸ ਖਜ਼ਾਨੇ ਨੂੰ ਸਾਂਭਦੇ ਨੇ ਨਾ, ਫਿਰ ਉਹ ਅਮੀਰ ਵਿਰਸੇ ਵਾਲੇ ਹੁੰਦੇ ਨੇ। ਆਮ ਤੌਰ 'ਤੇ ਆਪਾਂ ਸੰਸਾਰ ਵਿੱਚ ਵਿਚਰਦੇ ਹੋਏ ਉਹਨਾਂ ਮਨੁੱਖਾਂ ਨੂੰ ਅਮੀਰ ਆਖਦੇ ਹਾਂ ਜਿਨ੍ਹਾਂ ਮਨੁੱਖਾਂ ਦੇ ਕੋਲ ਧਨ ਸੰਪਦਾ ਹੋਵੇ, ਚੰਗਾ ਕਾਰੋਬਾਰ ਚੱਲਦਾ ਹੋਵੇ, ਨੌਕਰ ਚਾਕਰ ਹੋਣ, ਅਤੇ ਆਪਾਂ ਕਹਿੰਦੇ ਫਲਾਣਾ ਮਨੁੱਖ ਬੜਾ ਅਮੀਰ ਹੈ, ਬੜੀ ਧਨ ਸੰਪਦਾ ਹੈ। ਇਹ ਤਾਂ ਦੁਨਿਆਵੀ ਧਨ ਸੰਪਦਾ ਹੈ। ਦੁਨਿਆਵੀ ਤੌਰ 'ਤੇ ਬੇਸ਼ੱਕ ਉਹ ਅਮੀਰ ਹੈ, ਪਰ ਪਰਮਾਰਥੀ ਤੌਰ 'ਤੇ ਗੁਰੂ ਸਵਾਰੇ ਉਦੋਂ ਤੱਕ ਉਹ ਗਰੀਬ ਹੈ ਜਦੋਂ ਤੱਕ ਉਹਦੇ ਕੋਲ ਨਾਮ ਦਾ ਖਜ਼ਾਨਾ ਨਹੀਂ ਹੈ। ਨਾਮ ਦਾ ਖਜ਼ਾਨੇ ਦੇ ਨਾਲ ਹੀ ਫਿਰ ਉਹ ਪ੍ਰਭੂ ਦੇ ਪਿਆਰੇ ਅਮੀਰ ਹੁੰਦੇ ਨੇ। ਅਤੇ ਸਤਿਗੁਰੂ ਇੱਥੇ ਕਹਿੰਦੇ ਨੇ ਰਹਾਉ ਵਾਲੀ ਪੰਕਤੀ 'ਚ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਲਾਲ ਅਮੋਲਾ ਲਾਲੋ, ਅਗਹਿ ਅਤੋਲਾ ਨਾਮੋ। ਖਜ਼ਾਨਿਆਂ ਦੇ ਵਿੱਚੋਂ ਜਿਵੇਂ ਹੀਰੇ ਨੇ, ਪੰਨੇ ਨੇ, ਜਵਾਹਰਾਤ ਨੇ, ਲਾਲ ਹਨ। ਅਤੇ ਇਹਨਾਂ ਖਜ਼ਾਨਿਆਂ ਵਿੱਚੋਂ ਲਾਲ ਨੂੰ ਬੜਾ ਕੀਮਤੀ ਮੰਨਿਆ ਗਿਆ। ਅਤੇ ਸਤਿਗੁਰੂ ਜੀ ਤੁਹਾਡੀ ਨਿਗਾਹ ਦੇ 'ਚ ਲਾਲ ਕਿਹੜਾ ਹੈ, ਕਿਹਨੂੰ ਆਪ ਜੀ ਲਾਲ ਮੰਨਦੇ ਹੋ? ਅਤੇ ਸਤਿਗੁਰੂ ਕਹਿੰਦੇ ਪਰਮਾਤਮਾ ਦਾ ਨਾਮ ਜਿਹੜਾ ਹੈ ਇਹ ਲਾਲ ਹੈ, ਬੜਾ ਅਮੋਲਾ ਹੈ, ਬੜਾ ਕੀਮਤੀ ਹੈ। ਇਹ ਭਾਈ ਤੋਲਿਆ ਨਹੀਂ ਜਾ ਸਕਦਾ। ਅਗਹਿ ਅਤੋਲਾ ਨਾਮੋ। ਸੰਸਾਰੀ ਧਨ ਸੰਪਦਾ ਦੀ ਇਸ ਸੰਸਾਰ ਦੇ ਵਿੱਚ ਆਪਾਂ ਮੁੱਲ ਪਾ ਲੈਂਦੇ, ਗਿਣਤੀ ਮਿਣਤੀ ਕਰਦੇ ਹਾਂ ਕਿ ਇੰਨੀ ਇਹ ਰਕਮ ਹੋ ਗਈ, ਇੰਨਾ ਸੋਨਾ ਹੋ ਗਿਆ, ਇੰਨੀ ਚਾਂਦੀ ਹੋ ਗਈ, ਇੰਨਾ ਫਲਾਣਾ ਜਿਹੜਾ ਖਜ਼ਾਨਾ ਹੈ ਇਹ ਹੋ ਗਿਆ। ਆਪਾਂ ਇਸ ਤਰ੍ਹਾਂ ਗਿਣਤੀ ਕਰਕੇ ਦੱਸ ਸਕਦੇ ਹਾਂ। ਪਰਮਾਤਮਾ ਦਾ ਜਿਹੜਾ ਨਾਮ ਹੈ ਨਾ, ਇਹ ਪਰਮਾਤਮਾ ਦਾ ਨਾਮ ਗੁਰੂ ਸਰ ਇੱਥੇ ਨਹੀਂ ਤੋਲਿਆ ਜਾ ਸਕਦਾ। ਉਹ ਤਾਂ ਅਗਹਿ ਅਤੋਲਾ ਨਾਮੋ, ਉਹ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੁੰਦਾ ਹੈ। ਉੱਥੇ ਫਿਰ ਮਾਲਕ ਦੀ ਦਰਗਾਹ ਦੇ ਵਿੱਚ ਉਹਨਾਂ ਗੁਰਮੁਖਾਂ ਨੂੰ, ਨਾਮ ਜਪਣ ਵਾਲਿਆਂ ਨੂੰ ਸਨਮਾਨ ਮਿਲਦਾ, ਸਤਿਕਾਰ ਮਿਲਦਾ ਹੈ। ਆਪਾਂ ਸਤਿਗੁਰੂ ਦੇ ਬਚਨ ਪੜ੍ਹਦੇ ਹਾਂ ਨਾ, ਅਤੇ ਪਾਤਸ਼ਾਹ ਬਚਨ ਕਰਦੇ ਨੇ ਕਿ ਸਤਿਗੁਰੂ ਜੀ ਦਾ ਫਰਮਾਨ ਕਿ ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਗੁਰ ਪੂਰੇ ਕੀ ਵਡਿਆਈ, ਤਾਂ ਕੀ ਕੀਮਤ ਕਹੀ ਨਾ ਜਾਏ। ਕਹਿੰਦੇ ਪੂਰੇ ਗੁਰੂ ਨੇ ਕਿਰਪਾ ਕੀਤੀ, ਪੂਰੇ ਗੁਰੂ ਦੀ ਰਹਿਮਤ ਦੇ ਨਾਲ ਹੀ
ਜਦੋਂ ਮੈਂ ਪੂਰੇ ਗੁਰੂ ਦੀ ਵਡਿਆਈ ਕਰਨ ਲੱਗਿਆ ਤੇ ਮੇਰੇ ਮਨ ਵਿੱਚ ਤਨ ਵਿੱਚ ਹਰੀ ਦਾ ਨਾਮ ਵਸ ਗਿਆ। ਉਹ ਹਰੀ ਦੇ ਨਾਮ ਨੇ ਟਿਕਾਣਾ ਕਰ ਲਿਆ ਤੇ ਹੁਣ ਕਹਿੰਦੇ ਉਹਦੀ ਕੀਮਤ ਨਹੀਂ ਕਹਿ ਕੇ ਦੱਸੀ ਜਾ ਸਕਦੀ ਹੈ। ਤੇ ਸਤਿਗੁਰੂ ਜੀ ਇਹ ਨਾਮ ਜਪਣ ਦਾ ਸਮਾਂ ਕਿਹੜਾ ਹੈ? ਪੁੱਛਿਆ ਗੁਰੂ ਸਾਹਿਬਾਨ ਜੀ ਨੂੰ, ਸਵਾਲ ਕੀਤਾ, ਗੁਰੂ ਸਾਹਿਬਾਨ ਜੀ ਕਿਰਪਾ ਕਰਕੇ ਦੱਸੋ ਨਾਮ ਜਪਣ ਦਾ ਸਮਾਂ ਕਿਹੜਾ? ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਚਨ ਕਰਦੇ ਨੇ, ਕਹਿੰਦੇ ਨੇ ਚਾ ਲਾਗੇ ਉਠ ਨਾਮ ਜਪ ਨਿਸਬਾਸਰ ਆਰਾਧ ਕਾਰਾ ਤੁਜੈ ਨ ਵਿਆਪੈ ਨਾਨਕ ਮਿਟੈ ਉਪਾਦ। ਸਤਿਗੁਰੂ ਚਾ ਲਾਗੇ ਤੋਂ ਭਾਵ ਹੈ ਅੰਮ੍ਰਿਤ ਵੇਲਾ। ਜਿਹਦੇ ਬਾਬਤ ਬਾਬਾ ਫਰੀਦ ਸਾਹਿਬਾਨ ਜੀ ਕਹਿੰਦੇ ਨੇ ਕਿ ਉਠ ਫਰੀਦਾ ਉਜੂ ਸਾਜ ਸੁਬਹ ਨਿਵਾਜ ਗੁਜਾਰ ਜੋ ਸਿਰ ਸਾਈਂ ਨਾ ਨਿਭੈ ਸੋ ਸਿਰ ਕੱਪ ਉਤਾਰ ਜੋ ਸਿਰ ਸਾਈਂ ਨਾ ਨਿਭੈ ਸੋ ਸਿਰ ਕੀਜੈ ਕਾਏ ਕੁੰਨੇ ਹੇਠ ਜਲਾਈਐ ਬਾਲਣ ਸੰਦੇ ਥਾਏ। ਫਿਰ ਬਾਬਾ ਫਰੀਦ ਸਾਹਿਬਾਨ ਕਹਿੰਦੇ ਨੇ ਉਸ ਸਿਰ ਜਿਹੜਾ ਸਿਰ ਸਾਈਂ ਦੇ ਚਰਨਾਂ 'ਚ ਨਹੀਂ ਝੁਕਦਾ, ਜਿਹੜਾ ਸਿਰ ਜਿਸ ਸਰੀਰ ਦੇ ਰਾਹੀਂ ਸੁਬਹ ਅੰਮ੍ਰਿਤ ਵੇਲੇ ਉਸ ਮਾਲਕ ਦੀ ਨਿਵਾਜ਼ ਅਦਾ ਨਹੀਂ ਕੀਤੀ ਜਾਂਦੀ ਹੈ, ਉਸ ਮਾਲਕ ਨੂੰ ਚੇਤੇ ਨਹੀਂ ਖੁਦਾ ਨੂੰ ਚੇਤੇ ਨਹੀਂ ਕੀਤਾ ਜਾਂਦਾ, ਕਹਿੰਦੇ ਉਹ ਸਰੀਰ ਕਿਸੇ ਕੰਮ ਨਹੀਂ। ਤਾਈਓ ਬਾਬਾ ਫਰੀਦ ਜੀ ਨੇ ਕਹਿ ਦਿੱਤਾ, ਕਹਿੰਦੇ ਜਿਹੜੇ ਨਾਮ ਨਹੀਂ ਜਪਦੇ ਨਾ, ਪੁੱਛਿਆ ਬਾਬਾ ਫਰੀਦ ਜੀ ਨੂੰ ਕਿ ਭਗਤ ਸਾਹਿਬਾਨ ਜੀ ਕਿਰਪਾ ਕਰਕੇ ਦੱਸੋ। ਆਪ ਜੀ ਨੇ ਉਹਨਾਂ ਦੀ ਤਾਂ ਗੱਲ ਕਰਦੇ ਜਿਹੜੇ ਨਾਮ ਨਹੀਂ ਜਪਦੇ, ਉਹਨਾਂ ਦਾ ਸਿਰ ਜਿਹੜਾ ਹੈ ਕੁੰਨੇ ਚੁੱਲ੍ਹੇ ਵਿੱਚ ਸਾੜ ਦਿੱਤਾ ਜਾਵੇ ਬਾਲਣ ਦੀ ਥਾਂ 'ਤੇ। ਜਿਹੜੇ ਅੰਮ੍ਰਿਤ ਵੇਲੇ ਨਹੀਂ ਉੱਠਦੇ, ਸੰਭਾਲ ਨਹੀਂ ਕਰਦੇ ਸਮੇਂ ਦੀ, ਉਹਨਾਂ ਦੀ ਹਾਲਤ ਕੈਸੀ ਹੈ? ਤੇ ਬਾਬਾ ਫਰੀਦ ਜੀ ਕਹਿੰਦੇ ਨੇ ਫਰੀਦਾ ਪਿਛਲ ਰਾਤ ਨਾ ਜਾਗੇ ਓਹੇ ਜੀਵਦੜੋ ਮੋਏ ਓਹੇ ਜੇ ਤੈ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ ਹੋਏ। ਪਿਛਲ ਰਾਤ ਜਿਹਨੂੰ ਪਹਿਰ ਰਾਤ ਕਹਿੰਦੇ ਆ ਆਪਾਂ, ਰਾਤ ਦਾ ਚੌਥਾ ਪਹਿਰ ਅੰਮ੍ਰਿਤ ਵੇਲਾ ਗੁਰਬਾਣੀ ਵਿੱਚ ਗੁਰੂ ਸਾਹਿਬਾਨ ਨੇ ਇਹ ਸ਼ਬਦ ਵਰਤਿਆ। ਕਹਿੰਦੇ ਜੇ ਉਸ ਸਮੇਂ ਕੋਈ ਨਹੀਂ ਉੱਠਦਾ ਨਹੀਂ ਜਾਗਦਾ ਤੇ ਪਾਤਸ਼ਾਹ ਕਹਿੰਦੇ ਇੱਕ ਤਰ੍ਹਾਂ ਉਹ ਜਿਉਂਦਿਆਂ ਹੀ ਮੁਰਦਿਆਂ ਦੀ ਨਿਆਈ ਹੈ। ਮੈਂ ਨਹੀਂ ਕਹਿ ਰਿਹਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਕਹਿ ਰਹੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਚਨ ਕਰ ਰਹੇ ਨੇ ਕਿ ਉਹ ਜਿਉਂਦਾ ਹੀ ਮੁਰਦਿਆਂ ਦੀ ਨਿਆਈ। ਫਿਰ ਨਾਲ ਕਹਿੰਦੇ ਜੇ ਤੈ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰੀ ਹੋਵੇ। ਇਹ ਬੰਦੇ ਜੇ ਤੈ ਰੱਬ ਨੂੰ ਵਿਸਾਰ ਦਿੱਤਾ, ਪਰਮੇਸ਼ਰ ਨੂੰ ਵਿਸਾਰ, ਪਰਮੇਸ਼ਰ ਨੂੰ ਭੁਲਾ ਦਿੱਤਾ ਹੈ, ਕਹਿੰਦੇ ਸੱਚ ਜਾਣੀ ਪਰਮੇਸ਼ਰ ਤੈਨੂੰ ਨਹੀਂ ਵਿਸਰਿਆ, ਤੂੰ ਭੁਲਾ ਦਿੱਤਾ, ਉਹ ਨਹੀਂ ਤੈਨੂੰ ਭੁੱਲਿਆ। ਉਹਦੇ ਤਾਂ ਸਾਰੇ ਚਿੱਤ ਚੇਤੇ ਵਿੱਚ ਨੇ, ਸਾਰਿਆਂ ਨੂੰ ਆਪਣੇ ਹੁਕਮ ਦੇ ਵਿੱਚ ਚਲਾਉਂਦਾ ਹੈ। ਇਸ ਕਰਕੇ ਸਾਰਿਆਂ ਦੇ ਵਿੱਚ ਉਸ ਮਾਲਕ ਦਾ ਹੁਕਮ ਵਰਤਦਾ। ਤਹਿਰਾਨ ਦਾ ਇੱਕ ਉਸਤਾਦ ਆਪਣੇ ਬੱਚਿਆਂ ਨੂੰ, ਸਟੂਡੈਂਟ ਨੂੰ ਪਾਠਸ਼ਾਲਾ ਦੇ ਵਿੱਚ ਪੜ੍ਹਾ ਰਿਹਾ, ਮਦਰਸੇ ਦੇ ਵਿੱਚ। ਜਦੋਂ ਉਹ ਮਦਰਸੇ ਵਿੱਚ ਬੱਚਿਆਂ ਨੂੰ ਪੜ੍ਹਾਉਂਦਾ ਹੈ, ਨਿਤਾ ਪ੍ਰਤੀ ਸਭ ਤੋਂ ਪਹਿਲਾਂ ਪਾਠਸ਼ਾਲਾ ਪ੍ਰਾਰੰਭ ਕਰਨ ਤੋਂ ਪਹਿਲਾਂ ਆਖਦਾ ਕਿ ਖੁਦਾ ਸਭਨੀ ਥਾਵਾਂ 'ਤੇ ਹੈ, ਖੁਦਾ ਸਾਰੀਆਂ ਥਾਵਾਂ 'ਤੇ ਸਮਾਇਆ ਹੋਇਆ। ਜਦੋਂ ਕਲਾਸ ਲੱਗਣੀ ਤੇ ਸਭ ਤੋਂ ਪਹਿਲਾਂ ਇਹ ਸ਼ਬਦ ਵਰਤਣਾ, ਤੇ ਬੱਚੇ ਵੀ ਆਦੀ ਹੋ ਗਏ ਸੀ ਕਿ ਹੁਣ ਸਾਡਾ ਉਸਤਾਦ ਆ ਰਿਹਾ, ਇਹ ਉਸਤਾਦ ਆ ਕੇ ਸਾਨੂੰ ਆਖੇਗਾ ਕਿ ਖੁਦਾ ਸਭਨੀ ਥਾਈਂ ਹੈ, ਸਾਰੀਆਂ ਥਾਵਾਂ 'ਤੇ ਵਿਰਾਜਮਾਨ ਹੈ। ਤੇ ਬੱਚੇ ਪਹਿਲਾਂ ਹੀ ਬੋਲਣ ਲੱਗ ਪੈਂਦੇ ਸਨ। ਕਹਿੰਦੇ ਇਸ ਤਰ੍ਹਾਂ ਸਮਾਂ ਲੰਘਦਾ ਗਿਆ। ਹੈ ਬੜਾ ਭਜਨੀਕ ਪੁਰਸ਼ ਸੀ, ਖੁਦਾ ਨੂੰ ਮੰਨਣ ਵਾਲਾ ਸੀ, ਕਿਉਂਕਿ ਖੁਦਾ ਨੂੰ ਉਹੀ ਸਾਰੀਆਂ ਥਾਵਾਂ 'ਤੇ ਮਹਿਸੂਸ ਕਰੇਗਾ ਜਿਹੜਾ ਖੁਦਾ ਨਾਲ ਇੱਕ ਮਿੱਕ ਹੋਵੇ।
ਜਿਹੜਾ ਉਸ ਮਾਲਕ ਨੂੰ ਚੇਤੇ ਕਰਦਾ ਹੋਵੇ ਉਹੀ ਯਾਦ ਕਰੇਗਾ ਨਾ, ਉਹਨੂੰ ਸਾਰੀਆਂ ਥਾਵਾਂ 'ਤੇ ਨਜ਼ਰ ਆਵੇਗਾ। ਅੱਜ ਕਹਿੰਦੇ ਜਦੋਂ ਉਹ ਪਾਠਸ਼ਾਲਾ ਵਿੱਚ ਪੜ੍ਹਾਉਣ ਆਇਆ, ਅੱਜ ਉਹਦੇ ਅਲਫਾਜ਼ ਬਦਲ ਗਏ, ਉਹਦੇ ਸ਼ਬਦ ਬਦਲ ਗਏ ਅਤੇ ਸਵਾਲ ਕਰ ਬੈਠਿਆ ਪੜ੍ਹਾਉਣ ਤੋਂ ਪਹਿਲਾਂ, ਖੁਦਾ ਕਿਹੜੀ ਥਾਂ 'ਤੇ ਨਹੀਂ ਹੈ, ਖੁਦਾ ਕਿਹੜੀ ਥਾਂ 'ਤੇ ਨਹੀਂ ਹੈ। ਸਾਰੇ ਬੱਚੇ ਹੈਰਾਨ ਹੋ ਗਏ ਕਿ ਅੱਜ ਸਾਡੇ ਉਸਤਾਦ ਜੀ ਨੂੰ ਕੀ ਹੋ ਗਿਆ। ਅੱਗੇ ਤਾਂ ਨਿਤਾ ਪ੍ਰਤੀ ਆਖਦਾ ਕਿ ਖੁਦਾ ਸਾਰੀਆਂ ਥਾਵਾਂ 'ਤੇ ਹੈ ਅਤੇ ਸਾਨੂੰ ਸਾਰੀ ਉਮਰ ਇਹ ਉਪਦੇਸ਼ ਦਿੰਦਾ ਰਿਹਾ, ਅਤੇ ਅੱਜ ਕਹਿ ਦਿੱਤਾ ਖੁਦਾ ਕਿਹੜੀ ਥਾਂ 'ਤੇ ਨਹੀਂ ਹੈ। ਅਤੇ ਚੁੱਪ ਦਾ ਸ਼ਰਨਾਟਾ ਛਾ ਗਿਆ। ਜਦੋਂ ਉਸ ਉਸਤਾਦ ਨੇ ਸੁਣਿਆ ਕਿ ਮੈਂ ਇਹ ਸਵਾਲ ਗਲਤ ਕਰ, ਮਨ ਵਿੱਚ ਵਿਚਾਰ ਕਰਦਾ ਕਿ ਮੈਂ ਸਵਾਲ ਗਲਤ ਕਰ ਬੈਠਿਆ ਹਾਂ। ਮੈਂ ਤਾਂ ਨਿਤਾ ਪ੍ਰਤੀ ਆਖਦਾ ਸੀ ਖੁਦਾ ਕਿਹੜੀ ਥਾਂ, ਖੁਦਾ ਸਾਰੀਆਂ ਥਾਵਾਂ 'ਤੇ ਸਮਾਇਆ ਹੋਇਆ, ਅਤੇ ਅੱਜ ਮੇਰਾ ਸਵਾਲ ਗਲਤ ਹੋ ਗਿਆ ਬੱਚਿਆਂ ਨੂੰ ਕਿ ਖੁਦਾ ਕਿਹੜੀ ਥਾਂ 'ਤੇ ਨਹੀਂ ਹੈ। ਇਸ ਕਰਕੇ ਇਹ ਤਾਂ ਬਹੁਤ ਗਲਤ ਹੋਇਆ। ਹਾਲੇ ਇਸ ਤਰ੍ਹਾਂ ਇਹ ਵਿਚਾਰ ਕਰ ਰਿਹਾ ਸੀ ਅਤੇ ਕਹਿ ਰਿਹਾ ਸੀ ਕੋਈ ਬੱਚਾ ਉੱਠੇ ਮੇਰੇ ਸਵਾਲ ਦਾ ਉੱਤਰ ਦੇਵੇ। ਐਨੇ 'ਚ ਨੂੰ ਇੱਕ ਬੱਚੇ ਨੇ ਹੱਥ ਖੜ੍ਹਾ ਕੀਤਾ, ਕਹਿਣ ਲੱਗਿਆ ਕਿ ਮੈਂ ਤੁਹਾਡੇ ਸਵਾਲ ਦਾ ਉੱਤਰ ਦੇਵਾਂਗਾ। ਅਤੇ ਹੁਣ ਫੇਰ ਮਨ ਵਿੱਚ ਵਿਚਾਰ ਕਰਦਾ ਕਿ ਸਵਾਲ ਮੇਰਾ ਗਲਤ, ਉਸਤਾਦ ਜਿਹੜਾ ਸੀ ਉਹ ਵਿਚਾਰ ਕਰਦਾ ਸਵਾਲ ਮੇਰਾ ਗਲਤ ਹੈ, ਪਰ ਬੱਚਾ ਉੱਤਰ ਦੇਣ ਲਈ ਤਿਆਰ ਹੋ ਗਿਆ, ਇਹ ਤਾਂ ਗਲਤ ਹੋ ਗਿਆ। ਕਹਿਣ ਲੱਗਿਆ ਚੱਲ ਬੇਟਾ ਦੱਸ ਫਿਰ, ਤੂੰ ਦੱਸ ਕਿ ਖੁਦਾ ਕਿਹੜੀਆਂ ਥਾਵਾਂ 'ਤੇ ਨਹੀਂ ਹੈ। ਉਸ ਬੱਚੇ ਨੇ ਆਖਣਾ ਕੀਤਾ ਕਿ ਖੁਦਾ ਸਾਰੀਆਂ ਥਾਵਾਂ 'ਤੇ ਹੈ, ਜਲ ਵਿੱਚ ਹੈ, ਥਲ ਵਿੱਚ ਹੈ, ਧਰਤੀ ਦੇ ਵਿੱਚ ਹੈ, ਆਕਾਸ਼ ਦੇ ਵਿੱਚ ਹੈ, ਸਾਡੇ ਹੱਥਾਂ ਵਿੱਚ ਹੈ, ਸਾਡੇ ਸਰੀਰ ਦੇ ਇੱਕ ਇੱਕ ਅੰਗ ਦੇ ਵਿੱਚ ਹੈ। ਪਰ ਕਹਿੰਦੇ ਇੱਕ ਥਾਂ ਐਸੀ ਹੈ ਜਿਹੜੀ ਥਾਂ 'ਤੇ ਖੁਦਾ ਨਹੀਂ ਵੱਸਦਾ। ਮਨੁੱਖ ਕੋਲ ਇੱਕ ਥਾਂ ਐਸੀ ਹੈ ਜਿੱਥੇ ਉਹ ਖੁਦਾ ਦਾ ਵਾਸਾ ਨਹੀਂ ਹੈ। ਕਹਿਣ ਲੱਗੇ ਉਹ ਕਿਹੜੀ ਥਾਂ ਹੈ। ਕਹਿਣ ਲੱਗੇ ਮਨੁੱਖ ਦੇ ਚਿੱਤ ਵਿੱਚ ਖੁਦਾ ਨਹੀਂ ਹੈ, ਬਾਕੀ ਸਾਰੀਆਂ ਥਾਵਾਂ 'ਤੇ ਹੈ। ਚਿੱਤ ਹੈ ਪਰ ਉਹ ਮਾਲਕ ਦੇ ਸਾਰੇ, ਉਸ ਜਿੰਨੇ ਮਾਲਕ ਨੇ ਪੈਦਾ ਕੀਤੇ ਉਹਦੇ ਚਿੱਤ ਵਿੱਚ ਸਾਰੇ ਚਿੱਤ ਹੈ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾ ਜਾਂਦਾ। ਪਰ ਮਨੁੱਖ ਦੇ ਚਿੱਤ ਚੇਤੇ ਵਿੱਚ ਉਹ ਖੁਦਾ ਨਹੀਂ ਹੈ, ਪ੍ਰਭੂ ਨਹੀਂ ਹੈ। ਅਤੇ ਉਹ ਜਿਹੜਾ ਉਸਤਾਦ ਸੀ ਜਦੋਂ ਉਸ ਬੱਚੇ ਪਾਸੋਂ ਇਸ ਸਵਾਲ ਦਾ ਉੱਤਰ ਸੁਣਿਆ, ਕਹਿੰਦੇ ਨੇ ਉਹ ਇੰਨਾ ਭਾਵੁਕ ਹੋ ਗਿਆ ਕਿ ਮੈਂ ਤਾਂ ਸੋਚਿਆ ਸੀ ਮੇਰਾ ਸਵਾਲ ਹੀ ਗਲਤ ਹੈ, ਪਰ ਬੱਚੇ ਨੇ ਸਵਾਲ ਦਾ ਉੱਤਰ ਦੇਣਾ ਕੀਤਾ ਅਤੇ ਮੇਰੇ ਮਨ ਨੂੰ ਤਸੱਲੀ ਹੋ ਗਈ, ਮੇਰਾ ਸਵਾਲ ਸਹੀ ਕਰ ਦਿੱਤਾ। ਕਹਿੰਦੇ ਉਸ ਉਸਤਾਦ ਨੇ ਉਸ ਬੱਚੇ ਦੇ ਪੈਰਾਂ ਵਿੱਚ ਨਮਸਕਾਰ ਕੀਤੀ, ਸਜਦਾ ਕੀਤਾ ਕਿ ਵਾਕਈ ਤੈਂ ਮੇਰੇ ਕਵਾਟ ਖੋਲ੍ਹ ਦਿੱਤੇ ਨੇ। ਇਹ ਸਵਾਲ ਦਾ ਉੱਤਰ ਮੇਰੇ ਕੋਲ ਵੀ ਨਹੀਂ ਸੀ। ਜਿਹੜਾ ਸਵਾਲ ਮੈਂ ਤੁਹਾਨੂੰ ਕੀਤਾ ਨਾ, ਮੇਰੇ ਕੋਲ ਉੱਤਰ ਨਹੀਂ, ਮੈਂ ਤੁਹਾਨੂੰ ਸਵਾਲ ਕਰ ਬੈਠਿਆ ਪਰ ਮੇਰੇ ਕੋਲ ਉੱਤਰ ਨਹੀਂ ਸੀ। ਪਰ ਤੁਸਾਂ ਨੇ ਇਹ ਬੇਟਾ ਤੈਂ ਇਸ ਤਰੀਕੇ ਨਾਲ ਉੱਤਰ ਦੇਣਾ ਤਾਂ ਵਾਕਈ ਮੇਰੇ ਸਾਰੇ ਸ਼ੰਕੇ ਨਿਵਰਤ ਹੋ ਗਏ ਨੇ। ਸੋ ਗੁਰੂ ਸਵਾਰਿਓ, ਪਰਮਾਤਮਾ ਜਿਹੜਾ ਕਣ ਕਣ ਵਿੱਚ ਰਮਿਆ ਹੋਇਆ ਹੈ, ਉਹਦੇ ਜਿਹੜੇ ਪਿਆਰੇ ਨੇ ਉਹ ਸਾਰੀਆਂ ਥਾਵਾਂ 'ਤੇ ਮਹਿਸੂਸ ਕਰਦੇ ਨੇ। ਸੋ ਫਰੀਦ ਸਾਹਿਬਾਨ ਜੀ ਕਹਿੰਦੇ ਜੇ ਤੈ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ ਹੈ। ਹੇ ਭਾਈ, ਜੇ ਤਾਂ ਰੱਬ ਨੂੰ ਵਿਸਾਰ ਦਿੱਤਾ, ਪਰਮਾਤਮਾ ਨੂੰ ਵਿਸਾਰ ਦਿੱਤਾ, ਤੇ ਸੱਚ ਜਾਣੀ ਉਹ ਪਰਮਾਤਮਾ ਤੈਨੂੰ ਨਹੀਂ ਵਿਸਰਿਆ। ਤੂੰ ਭੁੱਲ ਗਿਆ, ਉਹ ਨਹੀਂ ਤੈਨੂੰ ਭੁੱਲਿਆ, ਉਹਦੇ ਚਿੱਤ ਚੇਤੇ ਵਿੱਚ ਹੈ ਤੂੰ। ਇਸ ਕਰਕੇ ਗੁਰੂ ਸਵਾਰਿਓ, ਉਹ ਪਰਮਾਤਮਾ ਦਾ ਨਾਮ ਜਿਹੜਾ ਹੈ, ਨਾਮ ਜਪਣ ਦਾ ਸਮਾਂ ਅੰਮ੍ਰਿਤ ਵੇਲਾ,
ਜਿਨ੍ਹਾਂ ਨੇ ਇਸ ਸਮੇਂ ਦੀ ਸੰਭਾਲ ਕਰ ਲਈ ਉਹਦਾ ਜੀਵਨ ਅੰਮ੍ਰਿਤ ਹੋ ਗਿਆ। ਇਹ ਜ਼ਰੂਰੀ ਹੈ। ਤੇ ਸਤਿਗੁਰੂ ਇੱਥੇ ਬਚਨ ਕਰਦੇ, ਕਹਿੰਦੇ ਪ੍ਰਮਾਤਮਾ ਦਾ ਨਾਮ ਅਮੁੱਲਕ ਹੈ, ਲਾਲ ਅਮੁੱਲਾ ਲਾਲੋ, ਅਗਹਿ ਅਤੁੱਲਾ ਨਾਮੋ। ਕਹਿੰਦੇ ਪ੍ਰਮਾਤਮਾ ਦਾ ਨਾਮ ਅਮੁੱਲਕ ਹੈ, ਲਾਲਾਂ ਵਿੱਚੋਂ ਸ਼੍ਰੇਸ਼ਟ ਲਾਲ ਕੀਮਤੀ ਲਾਲ ਹੈ, ਤੇ ਅਗਹਿ ਅਤੁੱਲਾ ਨਾਮੋ। ਕਹਿੰਦੇ ਇੱਥੇ ਤਾਂ ਭਾਈ ਤੂੰ ਸੋਨਾ ਚਾਂਦੀ ਇਤਿਆਦਿਕ ਇਹ ਸਾਂਭ ਕੇ ਰੱਖਦਾ ਹੈ, ਆਪਣੀ ਧਨ ਸੰਪਦਾ ਨੂੰ ਗਿਣਤੀ ਕਰ ਕਰਕੇ ਰੱਖਦਾ ਹੈ। ਮੇਰਾ ਇੰਨਾ ਬੈਂਕ ਬੈਲੈਂਸ ਹੋ ਗਿਆ, ਇੰਨੇ ਘਰ ਦੇ ਵਿੱਚ ਪਿਆ, ਇੰਨੀ ਮੇਰੀ ਪ੍ਰੋਪਰਟੀ ਹੈ। ਕਹਿੰਦੇ ਜਿੰਨੀ ਤੇਰੀ ਪ੍ਰੋਪਰਟੀ ਹੋਵੇਗੀ ਉਹ ਸਾਰੀ ਗਿਣੀ ਜਾਂਦੀ ਹੈ, ਗਿਣਤੀ ਸ਼ੁਰੂ ਕਰਦੀ ਹੈ, ਉਹ ਗਿਣੀ ਜਾਂਦੀ ਹੈ। ਪਰ ਕਹਿੰਦੇ ਪਰਮਾਤਮਾ ਦਾ ਨਾਮ ਜਿਹੜਾ ਅਤੁੱਲਾ ਹੈ, ਤੋਲਿਆ ਨਹੀਂ ਜਾ ਸਕਦਾ, ਉਹਨੂੰ ਕੋਈ ਤੋਲ ਨਹੀਂ ਸਕਦਾ। ਇਸ ਕਰਕੇ ਉਹ ਮਾਲਕ ਅਗਹਿ ਅਤੁੱਲਾ ਨਾਮ, ਜਿਹੜਾ ਨਾ ਤੋਲਣ ਵਾਲਾ ਹੋਵੇ ਨਾ, ਅਗਹਿ ਪਰਮਾਤਮਾ ਦੀ ਦਰਗਾਹ ਵਿਖੇ ਤੋਲਿਆ ਜਾਵੇਗਾ। ਜਦੋਂ ਮਾਲਕ ਦੀ ਦਰਗਾਹ ਵਿਖੇ ਮਨੁੱਖਾ ਸਫ਼ਰ ਕਰਕੇ ਜੀਵ ਸੰਸਾਰ ਤੋਂ ਜਾਵੇਗਾ, ਉਦੋਂ ਪ੍ਰਭੂ ਦੀ ਦਰਗਾਹ ਵਿਖੇ ਫਿਰ ਜਦੋਂ ਸਾਰਾ ਲੇਖਾ ਜੋਖਾ ਹੁੰਦਾ ਨਾ, ਉੱਥੇ ਲੇਖਾ ਜੋਖਾ ਵੇਲੇ ਇੱਕ ਪਾਸੇ ਚੰਗੇ ਕਰਮ, ਇੱਕ ਪਾਸੇ ਮਾੜੇ ਕਰਮ, ਇੱਕ ਪਾਸੇ ਕੀਤੀ ਹੋਈ ਕਮਾਈ ਕਿ ਕਿੰਨੀ ਕਮਾਈ ਕਰਕੇ ਸਵਾਸਾਂ ਰੂਪੀ ਪੂੰਜੀ ਦਿੱਤੀ ਸੀ, ਇਹਨਾਂ ਇਸ ਪੂੰਜੀ ਨੇ ਕਿੰਨਾ ਕੁ ਵਣਜ ਵਪਾਰ ਕਰਕੇ ਆਇਆ। ਤੇ ਉੱਥੇ ਫਿਰ ਮਾਲਕ ਵਾਹਿਗੁਰੂ ਦੀ ਦਰਗਾਹ ਵਿਖੇ ਖੁਦ ਵਾਹਿਗੁਰੂ ਪਰਮਾਤਮਾ ਹੀ ਤੋਲਦਾ ਹੈ ਕਿ ਭਾਈ ਇੰਨਾ ਤੂੰ ਖਜ਼ਾਨਾ ਜਮ੍ਹਾਂ ਕਰ ਲਿਆ, ਪੋਤਾ ਜਿਨ ਕੈ ਪੁੰਨ ਹੈ। ਤੇ ਇਹ ਪਰਮਾਤਮਾ ਦਾ ਨਾਮ ਤੋਲਿਆ ਨਹੀਂ ਜਾ ਸਕਦਾ। ਆਪਾਂ ਭਗਤ ਕਬੀਰ ਸਾਹਿਬਾਨ ਜੀ ਦੇ ਬਚਨ ਪੜ੍ਹਦੇ ਹਾਂ ਨਾ ਕਿ ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲੀਆ ਹੈ ਮੋਲ। ਕਹਿੰਦੇ ਮਨ ਦੇ ਤੂੰ ਉਸ ਮਾਲਕ ਨੂੰ, ਵਾਹਿਗੁਰੂ ਨੂੰ ਨਾਮ, ਜੇ ਨਾਮ ਲੈਣਾ ਨਾ ਤੂੰ ਆਪਣਾ ਮਨ ਦੇ ਦੇ ਤੇ ਤੈਨੂੰ ਫਿਰ ਉਹਦਾ ਮੁੱਲ ਮਿਲ ਜਾਵੇਗਾ। ਹੋਰ ਕੋਈ ਦੁਨਿਆਵੀ ਧਨ ਸੰਪਦਾ ਦੇ ਨਾਲ ਇਹ ਨਹੀਂ ਇਹ ਖਰੀਦਿਆ ਜਾ ਸਕਦਾ। ਇਸ ਕਰਕੇ ਉਹ ਪਰਮਾਤਮਾ ਦਾ ਨਾਮ ਅਤੋਲ ਹੈ, ਤੋਲਿਆ ਨਹੀਂ ਜਾ ਸਕਦਾ। ਤੇ ਸਤਿਗੁਰੂ ਕਹਿੰਦੇ ਨੇ ਜਿਨ੍ਹਾਂ ਕੋਲ ਨਾਮ ਦਾ ਖਜ਼ਾਨਾ, ਸਵਾਲ ਕਰਤਾ ਗੁਰੂ ਸਾਹਿਬਾਨ ਜੀ ਨੂੰ ਕਿ ਪਾਤਸ਼ਾਹ ਜੀ ਸੰਸਾਰ ਵਿੱਚ ਦੇਖਦੇ ਹਾਂ ਕਈ ਮਨੁੱਖਾਂ ਨੂੰ ਪਰਿਪੂਰਨ ਪਰਮਾਤਮਾ ਨੇ ਬੜੀ ਧਨ ਸੰਪਦਾ ਬਖਸ਼ਿਸ਼ ਕੀਤੀ ਹੈ, ਸਾਰੇ ਕਾਰੋਬਾਰ ਚੰਗਾ ਹੈ, ਪਰ ਉਹਨਾਂ ਮਨੁੱਖਾਂ ਦੀ ਜਿਹੜੀ ਮਨ ਦੀ ਤਮਾ ਨਹੀਂ ਮੁੱਕਦੀ, ਉਹ ਰੱਜਦੇ ਨਹੀਂ ਹਨ। ਉਹ ਕਹਿੰਦੇ ਇੱਧਰੋਂ ਵੀ ਪ੍ਰਾਪਤ ਉੱਧਰੋਂ ਵੀ ਪ੍ਰਾਪਤ, ਸਾਰੀ ਉਮਰ ਇਸੇ ਤਰ੍ਹਾਂ ਉਹ ਮਨੁੱਖ ਕਰਦੇ ਨੇ। ਤੇ ਸਤਿਗੁਰ ਜੀ ਇੱਕ ਪਾਸੇ ਰੱਬ ਦੇ ਪਿਆਰੇ ਭਜਨੀਕ ਬੋਲ ਸੰਤ ਜਨ ਗੁਰਮੁਖ ਜਨ ਹੋਣ, ਇੱਕ ਪਾਸੇ ਜਿਹੜੇ ਇਹ ਸੰਸਾਰ ਵਿੱਚ ਵਿਚਰਨ ਵਾਲੇ ਲੋਕ ਜਿਹੜੇ ਸੰਸਾਰੀ ਕਾਰ ਵਿਹਾਰ ਕਰਦੇ ਨੇ ਤੇ ਇਸ ਤਰ੍ਹਾਂ ਧੰਦਿਆਂ ਵਿੱਚ ਖਚਤ ਨੇ, ਤੇ ਉਹਨਾਂ ਦੇ ਵਿੱਚ ਤੇ ਉਹਨਾਂ ਹੈ ਤਾਂ ਉਹ ਵੀ ਮਨੁੱਖ ਨੇ, ਸੰਤ ਜਨ ਗੁਰਮੁਖ ਪਿਆਰੇ ਵੀ ਮਨੁੱਖ ਨੇ ਤੇ ਆਮ ਮਨੁੱਖ ਵੀ ਮਨੁੱਖ ਹੈ। ਤੇ ਫਰਕ ਕੀ ਹੈ? ਸਤਿਗੁਰੂ ਜੀ ਤੇ ਉਹ ਜਿਵੇਂ ਉਹ ਨਹੀਂ ਰੱਜਦੇ ਕਿ ਪ੍ਰਭੂ ਦੇ ਪਿਆਰੇ ਰੱਜ ਜਾਂਦੇ ਨੇ, ਤੇ ਸਤਿਗੁਰੂ ਜੀ ਆਰੰਭਤਾ ਵਿੱਚ ਬਚਨ ਕਰਦੇ, ਕਹਿੰਦੇ ਨੇ ਤ੍ਰਿਪਤ ਅਗਾਏ ਸੰਤਾ ਗੁਰ ਜਾਣੇ ਜਿਨ ਮੰਤਾ। ਤ੍ਰਿਪਤ, ਤ੍ਰਿਪਤ ਦਾ ਅਰਥ ਹੈ ਰੱਜ ਜਾਣਾ, ਬਿਲਕੁਲ ਪੂਰਨ ਤੌਰ 'ਤੇ। ਸੰਤ ਜਨ ਉਸ ਮਾਲਕ ਦਾ ਨਾਮ ਜਪ ਕੇ, ਵਾਹਿਗੁਰੂ ਦੀ ਬੰਦਗੀ ਕਰਕੇ ਤੇ ਗੁਰੂ ਸਵਾਰੇ ਵਿਕਾਰਾਂ ਵੱਲੋਂ, ਪਦਾਰਥਾਂ ਵੱਲੋਂ ਉਹ ਤ੍ਰਿਪਤ ਹੋ ਜਾਂਦੇ, ਪਦਾਰਥਵਾਦੀ ਸੋਚ ਉਹਨਾਂ ਦੀ ਖਤਮ ਹੋ ਜਾਂਦੀ ਹੈ। ਜਿਹਦੇ ਅੰਦਰ ਪਦਾਰਥਵਾਦੀ ਸੋਚ ਹੋਵੇਗੀ ਉਹੀ ਪਦਾਰਥਾਂ ਦਾ ਲਾਲਚ ਕਰੇਗਾ ਕਿ ਮੈਨੂੰ ਆਹ ਵੀ ਮਿਲ ਜਾਵੇ, ਆਹ ਵੀ ਮਿਲ ਜਾਵੇ। ਪਰ ਜਿਹਦੇ ਅੰਦਰ ਗੁਰੂ ਸਾਹਿਬ ਪਦਾਰਥਵਾਦੀ ਸੋਚ ਹੀ ਮੁੱਕ ਗਈ, ਜਿਹਨੇ ਆਪਣੇ ਜੀਵਨ ਦਾ ਇੱਕ ਮਕਸਦ ਬਣਾ ਲਿਆ ਕਿ ਨਾ ਪਰਮਾਤਮਾ ਦਾ ਨਾਮ ਜਪਣਾ, ਨਾਮ ਜਪ ਕੇ ਹੀ ਸਾਡਾ ਜੀਵਨ ਸਫਲਾ ਹੋਣਾ ਹੈ, ਫਿਰ ਉਹ ਸੰਤ ਜਨ ਗੁਰੂ ਸਵਾਰੇ ਤ੍ਰਿਪਤ ਹੋ ਜਾਂਦੇ ਨੇ। ਬੇਕਾਰ ਉਹਨਾਂ ਨੂੰ ਪੋਹ ਨਹੀਂ ਸਕਦੇ ਹਨ, ਕੋਈ ਪਦਾਰਥ ਉਹਨਾਂ ਉੱਤੇ ਗੁਰੂ ਹਾਵੀ ਨਹੀਂ ਹੋ ਸਕਦਾ ਹੈ, ਉਹਨਾਂ ਨੂੰ ਸਬਰ ਸੰਤੋਖ ਮਿਲ ਜਾਂਦਾ ਹੈ। ਉਹ ਰੱਬ ਦੇ ਪਿਆਰੇ ਸੰਤ ਹਨ, ਗੁਰਮੁਖ ਜਨ ਹਨ। ਉਹ ਇਹਨਾਂ ਨੂੰ ਇਹੋ ਜਿਹੀ ਅਵਸਥਾ ਕਿੱਥੋਂ ਪ੍ਰਾਪਤ ਹੋਈ ਹੈ? ਕਹਿੰਦੇ ਗੁਰ ਜਾਣੇ ਜਿਨ ਮੰਤਾ।
जिन्हां ने गुरु साहबान जिहड़े गुरु वाले बने ने, गुरु साहबान पासों कहते उस मंत्र नूं प्राप्त किया, उस मंत्र नूं जाणिया, जिहड़े मंत्र नूं जप के ये जिहड़ी तृप्ति वाला कहते ने ये अवस्था नूं प्राप्त हुई है। क्योंकि गुरु साहबान कोल वो मंत्र है, गुरु ही अपने सिख नूं मंत्र दिंदा कि सिखा जप मन सतनाम सदा सतनाम, हालत पालत मुख उज्जल हुई है, नित ध्याईऐ हर पुरख निरंजना। गुरु कहता है कि किरतम नाम कथे तेरे जिहबा, सतनाम तेरा परापूर भला। गुरु कहता है कि सिखा तू ये नाम जप, सतनाम वाहिगुरु वाहिगुरु आख, तू मूल मंत्र जप, गुर मंत्र जप, बाणी पढ़, तेरा असली खजाना ये है। इस मंत्र का जाप करेगा विकारां वालों तृप्त हो जाएगा, तैनूं पदार्थ तेरे पदार्थां वालों तृप्त हो जाएगा, तू बिल्कुल रज जाएगा। तो संत जन रजदे ने, जिहड़े रज जाते हैं फिर वो बेपरवाह हो जाते हैं, फिर उन्होंने किसी प्रकार की परवाह नहीं रहिंदी है। जिवें आपां सतगुर के बचन पढ़ते हैं, टोडी राग दे विच गुरु साहबान जी का फरमान है कि संतन अबर न काहू जानी, बेपरवाह सदा रंग हर कै, जाको पाक समानी। कहते जिहड़े रब दे प्यारे संत जन हुंदे ने ना, वो किसी की परवाह नहीं करते, परमात्मा तो बिना किसी की इबादत नहीं करते, एक प्रभु दे उत्ते ही ओट आसरा तकते हैं, हर समय मालक वाहिगुरू अंग संग जानते हैं। इस तरह बेपरवाह हो जाते हैं, बेपरवाह सदा रंग हर कै, जाको पाक स्वामी। जिन्हां दा पक्ष वाहिगुरू परमात्मा करता है वो फिर बेपरवाह हो जाते हैं। पूज समाना ठाकुर तेरो, अबर न काहू तानी। हे वाहिगुरू, हे ठाकुर मालक जी, जिहड़ा तेरा समयाना ना ये बड़ा उच्चा है, इहदे बरोबर होर कोई शमयाना सा नज़र नहीं आता है। भाव तेरा दरबार सब तो उच्चा है, तेरे दरबार की बरोबरता कोई नहीं कर सकता है। अगह अतुला ना हो, तू बहुत बड़ा है, अत उच्चा तां का दरबारा, अंत नहीं किश पारा वारा। उन्हां दी फिर अवस्था बनती है कि सतगुरु कहते हैं गुर जाने जिन मनता, वो संत जन रजदे ने जिन्हों ने गुरु के मंत्र नूं जान लिया, गुरु के मंत्र राही अठे पहर वो गुरु गुरु जपते ने, वाहिगुरू वाहिगुरू जपते ने, वो तृप्त हो जाते हैं, वो अगाए बिल्कुल रज जाते हैं। ताकि किछ कहन न जाई, जाको नाम बढ़ाई। गुरु साहबान जी बख्शिश करते हैं कि ताकि किछ कहन न जाए, कहते उन्हां दी गल, उन्हां दी वडियाई किछ कहन न जाई, कह के नहीं दसी जा सकती है। वो कौन ने? जाको नाम बढ़ाई, जिन्हां ने अपनी रसना दे नाल परमात्मा दे नाम की वडियाई की है। जिहड़े अठे पैर परिपूर्ण परमात्मा वाहिगुरू के गुणां का गैन करते हैं, उन्हां दी भी गुरु सारे नहीं, उन्हां दे भी गुण कथन नहीं किए जा सकते। कहते ने एक बजुर्ग अंतिम समा उहदा मंजे उत्ते लेटिया होया त्राहे त्राहे कर रहा। दो बेटे ने, दोनों बच्चियां नूं कोल सद्दिया ते बच्चियां नूं कहन लग्या कि बेटा देखो आ लो एक ट्रंक, एक ट्रंक है, इहदे विच बहुत बड़ा खजाना पिया होया। मेरी सारी जिंदगी की मेहनत मशक्कत खून पसीने की कमाई वो सारी इहदे विच है, इनू सांभ के रखना। जे ये सांभ के रखोगे तो तुहाडा विरसा अमीर होवेगा, जे तुसी ये नहीं सांभिया फिर तुसी कंगाल हो जावोगे। हुण बजुर्ग ने ये वचन किए, तीन जिंदरे लगे हुए ने, चाबियां पकड़ा दित्तियां।
ਚਾਬੀਆਂ ਪਕੜ ਲੀਆਂ। ਹੁਣ ਦੋਨਾਂ ਬੱਚਿਆਂ ਨੇ, ਬਜ਼ੁਰਗ ਚੜ੍ਹਾਈ ਕਰ ਗਿਆ, ਬਜ਼ੁਰਗ ਦਾ ਸੰਸਕਾਰ ਕੀਤਾ ਗਿਆ ਤੇ ਆਪਣੇ ਬਾਪੂ ਦੀ ਦਿੱਤੀ ਹੋਈ ਉਸ ਦਾਤ ਨੂੰ, ਉਸ ਟਰੰਕ ਨੂੰ ਬੜਾ ਸਾਂਭ ਕੇ ਰੱਖਦੇ ਨੇ, ਰੁਮਾਲਿਆਂ ਵਿੱਚ ਲਪੇਟ ਕੇ ਰੱਖ ਰਹੇ ਨੇ। ਧੂਪ ਬੱਤੀ ਕੀਤੀ ਜਾ ਰਹੀ ਹੈ, ਅਤਰ ਇਤਿਆਦਿਕ ਦਾ ਛਿੜਕਾਅ ਹੋ ਰਿਹਾ ਹੈ। ਸਮਾਂ ਲੰਘਦਾ, ਕਾਰੋਬਾਰ ਚੰਗਾ ਸੀ। ਇੱਕ ਸਮਾਂ ਇਹੋ ਜਿਹਾ ਵੀ ਆਇਆ ਕਿ ਹੌਲੀ ਹੌਲੀ ਕਾਰੋਬਾਰ ਘਟਦਾ ਗਿਆ। ਇੱਥੇ ਲੱਖਾਂ ਕਰੋੜਾਂ ਦਾ ਸੀ, ਅੱਜ ਲੱਖਾਂ ਤੇ ਪਹੁੰਚ ਗਿਆ, ਪਰ ਹਜ਼ਾਰਾਂ ਤੇ ਆ ਗਿਆ। ਫਿਰ ਇਹੋ ਜਿਹੀ ਹਾਲਤ ਬਣ ਗਈ ਕਿ ਜਿੰਨੀ ਜ਼ਮੀਨ ਜਾਇਦਾਦ ਸੀ ਸਾਰੀ ਵਿਕ ਗਈ। ਜਦੋਂ ਮਨੁੱਖ ਉੱਤੇ ਜ਼ਹਿਮਤ ਪੈਂਦੀ ਨਾ, ਤੇ ਉਦੋਂ ਗੁਰੂ ਸਵਾਰੇ ਜ਼ਹਿਮਤ ਦੇ ਵਿੱਚ ਮਨੁੱਖ ਦੇ ਵੱਡੇ ਵੱਡੇ ਖਜ਼ਾਨੇ ਖਤਮ ਹੋ ਜਾਂਦੇ ਨੇ। ਤੇ ਹੁਣ ਉਹਨਾਂ ਦੋਨਾਂ ਭਰਾਵਾਂ ਦੀ ਹਾਲਤ ਤਰਸਯੋਗ ਹੋ ਗਈ ਹੈ। ਇੱਥੇ ਕੇਵਲ ਘਰ, ਜਿਸ ਘਰ ਵਿੱਚ ਰਹਿ ਰਹੇ ਨੇ, ਮਕਾਨ ਹੀ ਰਹਿ ਗਿਆ। ਇੱਕ ਸਮੇਂ ਦਾ ਪ੍ਰਸ਼ਾਦਾ ਬਣਨਾ ਵੀ ਬੜਾ ਔਖਾ ਹੋ ਗਿਆ। ਬੜੀ ਤਰਾਹੇ ਤਰਾਹੇ ਕਰਦੇ ਨੇ ਕਿ ਹੁਣ ਕੀ ਕਰੀਏ। ਪ੍ਰਭੂ ਦੇ ਚਰਨਾਂ 'ਚ ਬੇਨਤੀ ਕਰਦੇ ਕਿ ਮਾਲਕ ਜੀ, ਪ੍ਰਭੂ ਜੀ ਕਿਰਪਾ ਕਰੋ, ਸਾਡੀ ਬਾਂਹ ਪਕੜ ਨਾ ਕਰੋ। ਪਰ ਹਾਲਾਤ ਬੜੇ ਤਰਸਯੋਗ। ਅੱਜ ਕਰਵਟ ਆਈ ਸਮੇਂ ਦੇ ਵਿੱਚ, ਕਹਿੰਦੇ ਇੱਕ ਰੱਬ ਦਾ ਪਿਆਰਾ ਭਜਨੀਕ ਪੁਰਸ਼, ਸੰਤ ਜਨ ਇਹਨਾਂ ਦੇ ਗ੍ਰਹਿ ਵਿਖੇ ਮੰਗਣ ਲਈ ਆ ਗਿਆ। ਉਹਨੇ ਆਪਣਾ ਖੱਪਰ ਅੱਗੇ ਕੀਤਾ। ਖੱਪਰ ਜਦੋਂ ਅੱਗੇ ਕੀਤਾ ਤੇ ਉਹ ਸੰਤ ਜੀ ਬੋਲੇ ਕਿ ਭਿੱਖਿਆ ਪਾਵੋ। ਤੇ ਅੱਗੋਂ ਇਹ ਦੋਨੋਂ ਭਰਾ ਬੋਲਣ ਲੱਗੇ, ਕਹਿਣ ਲੱਗੇ ਬਾਬਾ ਕਿਸ ਭਿੱਖਿਆ ਦੀ ਗੱਲ ਕਰਦਾ, ਤੇ ਅੱਜ ਤਾਂ ਸਾਡੀ ਹਾਲਤ ਇਹੋ ਜਿਹੀ ਹੈ, ਤੂੰ ਆਪਣਾ ਖੱਪਰ ਸਾਡੇ ਅੱਗੇ ਕੀਤਾ ਹੈ, ਅਸੀਂ ਸਵੇਰ ਦਾ ਪ੍ਰਸ਼ਾਦਾ ਨਹੀਂ ਛਕਿਆ, ਸਾਡਾ ਅੰਦਰਲਾ ਖੱਪਰ ਬਿਲਕੁਲ ਖਾਲੀ ਪਿਆ ਹੋਇਆ ਹੈ, ਉਹ ਨਹੀਂ ਅਸੀਂ ਭਰ ਸਕੇ, ਤੇਰਾ ਖੱਪਰ ਕਿਵੇਂ ਭਰ ਦਈਏ। ਜਦੋਂ ਇਸ ਤਰ੍ਹਾਂ ਆਖਿਆ, ਉਹ ਸੰਤ ਭਜਨੀਕ ਪੁਰਸ਼ ਕਹਿਣ ਲੱਗਿਆ ਕਿ ਬੇਟਾ ਮੈਂ ਤੁਹਾਨੂੰ ਕੁਝ ਦੇਣ ਆਇਆ, ਲੈਣ ਨਹੀਂ ਆਇਆ। ਤੁਹਾਨੂੰ ਕੁਝ ਦੇਣ ਆਇਆ, ਲੈਣ ਨਹੀਂ ਆਇਆ। ਕਹਿਣ ਲੱਗੇ ਬਾਬਾ ਤੂੰ ਸਾਨੂੰ ਕੀ ਦੇਵੇਗਾ, ਤੇਰਾ ਖੱਪਰ ਤਾਂ ਖਾਲੀ ਹੈ, ਇਹਦੇ ਵਿੱਚ ਤਾਂ ਕੁਝ ਵੀ ਨਹੀਂ ਹੈ। ਮੰਨ ਲਿਆ ਜਾਂਦਾ ਜੇ ਇਹਦੇ 'ਚ ਕਿਤੋਂ ਤੂੰ ਮੰਗ ਕੇ ਪ੍ਰਸ਼ਾਦਾ ਲੈ ਕੇ ਆਉਂਦਾ, ਆਟਾ ਲੈ ਕੇ ਆਉਂਦਾ, ਕੁਝ ਨਾ ਕੁਝ ਲੈ ਕੇ ਆਉਂਦਾ, ਫਿਰ ਤਾਂ ਅਸੀਂ ਮੰਨ ਲੈਂਦੇ ਤੇਰੇ ਪਾਸੋਂ ਆਟਾ ਵਰਤ ਕੇ ਪ੍ਰਸ਼ਾਦਾ ਛਕ ਲੈਂਦੇ, ਪਰ ਇਹ ਤਾਂ ਤੇਰਾ ਖੱਪਰ ਖਾਲੀ ਹੈ। ਤੇ ਉਹ ਫਕੀਰ ਕਹਿਣ ਲੱਗਿਆ ਕਿ ਤੁਹਾਨੂੰ ਖਾਲੀ ਦਿਖਾਈ ਦੇ ਰਿਹਾ, ਪਰ ਮੇਰੀ ਨਿਗਾਹ ਵਿੱਚ ਇਹ ਭਰਿਆ ਹੋਇਆ। ਬਾਬਾ ਕਹਿਣ ਲੱਗਿਆ ਕਿ ਤੁਹਾਨੂੰ ਮੈਂ ਦੇਣ ਆਇਆ। ਕਹਿਣ ਲੱਗੇ ਚਲੋ ਫਕੀਰ ਜੀ ਦਵੋ, ਕੀ ਦਿੰਦੇ ਹੋ। ਕਹਿਣ ਲੱਗਿਆ ਤੁਹਾਡੇ ਜਦੋਂ ਪਿਤਾ ਜੀ ਚੜ੍ਹਾਈ ਕਰਨ ਲੱਗੇ ਸੀ, ਚੜ੍ਹਾਈ ਕਰਨ ਵੇਲੇ ਤੁਹਾਡੇ ਪਿਤਾ ਨਿੱਤਾ ਪ੍ਰਤੀ ਉਹਨੂੰ ਰੁਮਾਲੇ ਵਿੱਚ ਬਦਲਦੇ ਹਾਂ, ਧੂਪ ਬੱਤੀ ਧਕਾਉਂਦੇ ਹਾਂ, ਅਸੀਂ ਜੋਤ ਜਗਾਉਂਦੇ ਹਾਂ ਉਹਦੇ ਅੱਗੇ, ਇਸ ਤਰ੍ਹਾਂ ਅਸੀਂ ਸਾਂਭ ਕੇ ਰੱਖਦੇ ਹਾਂ। ਤੇ ਬਾਬਾ ਕਹਿਣ ਲੱਗਿਆ ਉਹ ਸੰਤ ਫਕੀਰ ਕਿ ਨਾਲ ਤੁਹਾਨੂੰ ਕੁੰਜੀਆਂ ਵੀ ਦਿੱਤੀਆਂ ਸੀ। ਗੁਰੂ ਬੜਾ ਖੁਸ਼ ਹੋਇਆ ਤੇ ਮਨ ਨੂੰ ਦੁਆਰਾ ਫਿਰ ਹੋਲੀ ਉੱਤੇ ਆਏ, ਕਾਰੋਬਾਰ ਫਿਰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰਨ ਲੱਗ ਪਿਆ। ਸੋ ਗੁਰੂ ਸਵਾਰੇ ਕਹਿਣ ਦਾ ਭਾਵ ਹੈ, ਤੇ ਸਾਨੂੰ ਵੀ ਗੁਰੂ ਸਾਹਿਬਾਨ ਜੀ ਨੇ ਇਹ ਖਜ਼ਾਨਾ ਦਿੱਤਾ ਹੈ, ਪਿਓ ਦਾਦੇ ਕਾ ਖੋਲ। ਪਿਓ ਦਾਦਾ, ਦਾਦਾ ਕੌਣ ਹੈ? ਦਾਦਾ ਹੈ ਅਕਾਲ ਪੁਰਖ ਵਾਹਿਗੁਰੂ। ਪਿਓ ਕੌਣ ਹੈ? ਪਿਓ ਹੈ ਸਾਡੇ ਗੁਰੂ ਸਾਹਿਬਾਨ, ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ। ਪਰ ਮਾਫ ਕਰਨਾ, ਸਾਡੀ ਹਾਲਤ ਵੀ ਉਹਨਾਂ ਲੜਕਿਆਂ ਜੈਸੀ ਹੈ ਜਿਨ੍ਹਾਂ ਦਾ ਬਜ਼ੁਰਗ ਉਹਨਾਂ ਨੂੰ ਖਜ਼ਾਨਾ ਦੇ ਗਿਆ ਪਰ ਕਦੇ ਖੋਲ੍ਹ ਕੇ ਨਹੀਂ ਦੇਖਿਆ, ਤੇ ਆਪਾਂ ਵੀ ਕੇਵਲ ਧੂਪ ਬੱਤੀਆਂ ਧਕਾਉਣ ਤੱਕ ਹੀ ਸੀਮਤ ਹਾਂ। ਤੇ ਆਪਾਂ ਗੁਰੂ ਰੁਮਾਲੇ ਲਾ ਦਿੱਤੇ, ਦੇਗ ਕਰਵਾ ਦਿੱਤੀ, ਇੱਥੋਂ ਤੱਕ ਆਪਾਂ ਸੀਮਤ ਹਾਂ। ਪਰ ਕਦੇ ਇਹ ਨਹੀਂ ਦੇਖਿਆ ਕਿ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਨੂੰ ਕੀ ਕਹਿ ਰਹੇ ਨੇ।
ਕਿਹੜਾ ਕਿਹੜਾ ਖਜ਼ਾਨਾ ਇਸ ਗੁਰੂ ਗ੍ਰੰਥ ਸਾਹਿਬ ਵਿੱਚ ਲੁਕਿਆ ਹੋਇਆ ਹੈ। ਤੇ ਜਿਨ੍ਹਾਂ ਨੇ ਗੁਰੂ ਸਵਾਰੇ ਫਿਰ ਇਹਨੂੰ ਖੋਲ੍ਹ ਕੇ ਪ੍ਰਕਾਸ਼ ਕਰਕੇ ਪੜ੍ਹਨਾ ਪ੍ਰਾਰੰਭ ਕਰ ਦਿੱਤਾ, ਜਿਉਂ-ਜਿਉਂ ਉਹ ਪੜ੍ਹਦੇ ਗਏ ਤਿਉਂ-ਤਿਉਂ ਉਹਨਾਂ ਦੇ ਅੰਦਰ ਫਿਰ ਉਹ ਖਜ਼ਾਨਾ ਇਕੱਤਰ ਹੁੰਦਾ ਗਿਆ। ਦੁਨਿਆਵੀ ਖਜ਼ਾਨਾ ਏ, ਅੱਜ ਹੈ ਕੱਲ੍ਹ ਨੂੰ ਨਹੀਂ ਹੋਵੇਗਾ, ਉਹਦਾ ਮਾਲਕ ਕੋਈ ਹੋਰ ਬਣ ਜਾਵੇਗਾ। ਪਰ ਜੇ ਸਾਡੇ ਕੋਲ ਇਹ ਬਾਣੀ ਦਾ ਖਜ਼ਾਨਾ ਇਕੱਤਰ ਹੋ ਗਿਆ, ਅਸੀਂ ਆਪਣੇ ਹਿਰਦੇ ਅੰਦਰ ਸਾਂਭ ਕੇ ਰੱਖ ਲਿਆ, ਸਾਡਾ ਸਰੀਰ ਖਤਮ ਹੋ ਜਾਵੇਗਾ ਪਰ ਉਹ ਖਜ਼ਾਨਾ ਨਹੀਂ ਮੁੱਕੇਗਾ। ਐਵੇਂ ਨਹੀਂ ਪੰਜਵੇਂ ਗੁਰ ਦੇ ਮਹਾਰਾਜ ਤੱਤੀ ਤਵੀ ਉੱਤੇ ਬੈਠ ਕੇ ਅੰਦਰ ਨਾਮ ਦਾ ਖਜ਼ਾਨਾ ਸੀ। ਭਾਈ ਦਿਆਲਾ ਜੈਸੇ ਉਬਲਦੇ ਦੇਗੇ ਵਿੱਚ ਐਵੇਂ ਨਹੀਂ ਬੈਠੇ ਨੇ। ਬਾਬਾ ਬੰਦਾ ਸਿੰਘ ਬਹਾਦਰ ਦੇ ਸਨਮੁਖ ਉਹਦੇ ਪੁੱਤਰ ਦਾ ਕਲੇਜਾ ਕੱਢ ਕੇ ਤੁੰਨਿਆ ਜਾ ਰਿਹਾ ਮੁੱਖ ਦੇ ਵਿੱਚ, ਐਵੇਂ ਨਹੀਂ ਇਹ ਸ਼ਹਾਦਤਾਂ ਦਿੱਤੀਆਂ ਜਾ ਰਹੀਆਂ ਨੇ। ਉਹਨਾਂ ਦੇ ਅੰਦਰ ਨਾਮ ਦਾ ਖਜ਼ਾਨਾ ਸੀ। ਉਹਨਾਂ ਨੇ ਬਾਣੀ ਨੂੰ ਪੜ੍ਹਿਆ ਸੀ, ਬਾਣੀ ਨੂੰ ਵਿਚਾਰਿਆ ਸੀ। ਤੇ ਆਪਾਂ ਵੀ ਗੁਰੂ ਸਰ ਸੇਧ ਲਈਏ। ਗੁਰਬਾਣੀ ਜਿੰਨੀ ਆਪਾਂ ਪੜ੍ਹਾਂਗੇ ਫਿਰ ਸਾਡਾ ਜੀਵਨ ਸਫਲਾ ਹੋਵੇਗਾ। ਪਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਚਨ ਕਰਦੇ ਨੇ ਕਿ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ। ਕੋਈ ਬਿਰਲਾ ਹੀ ਹੈ ਜਿਹੜਾ ਆਪ ਪੜ੍ਹਦੇ ਸਾਰੇ ਆ ਪਰ ਵਿਚਾਰਦੇ ਬਹੁਤ ਘੱਟ ਆ। ਜਿੱਥੇ ਆਪਾਂ ਦੇਖੋ, ਹੁਣ ਦਾਸ ਨੇ ਪਹਿਲਾਂ ਵੀ ਕਈ ਵਾਰੀ ਬੇਨਤੀ ਕੀਤੀ ਹੈ ਕਿ ਬਹੁਤ ਤਾਦਾਦ ਵਿੱਚ ਆਪਾਂ ਕਹਿੰਦੇ ਸਾਡੇ ਕੋਲ ਸਮਾਂ ਹੀ ਨਹੀਂ ਹੈ ਬਾਣੀ ਪੜ੍ਹਨ ਦਾ। ਵਿਚਾਰ ਮਸਾਂ ਨਿਤਨੇਮ ਕਰਦੇ ਹਾਂ ਅਤੇ ਅਸੀਂ ਕਿਹੜੇ ਸਮੇਂ ਵਿਚਾਰ ਕਰੀਏ? ਕੰਮ ਧੰਦੇ ਇਸ ਤਰ੍ਹਾਂ ਨੇ, ਬੜੇ ਇਸ ਤਰ੍ਹਾਂ ਆਪਾਂ ਸਮਾਂ ਨਹੀਂ ਹੈ। ਦੇਖੋ, ਆਪਾਂ ਜਪਜੀ ਸਾਹਿਬ ਦੀਆਂ 38 ਪੌੜੀਆਂ ਨੇ, 38 ਪੌੜੀਆਂ ਜਪਜੀ ਸਾਹਿਬ ਦੀਆਂ ਨੇ। 38 ਪੌੜੀਆਂ ਦੇ ਵਿੱਚੋਂ ਆਪਾਂ ਨਿੱਤਾ ਪ੍ਰਤੀ ਜੇ 2-2 ਪੌੜੀਆਂ ਦੇ ਅਰਥ ਆਪਾਂ ਨਾਲ ਪੜ੍ਹਨ ਲੱਗ ਜਾਈ ਨਾ, ਤੇ ਬਾਕੀ ਜਪਜੀ ਸਾਹਿਬ ਪੂਰਾ ਕਰ ਲਈਏ 38 ਪੌੜੀਆਂ ਪੜ੍ਹ ਕੇ ਬਿਨਾਂ ਅਰਥਾਂ ਤੋਂ, ਤੇ 2 ਪੌੜੀਆਂ ਆਪਾਂ ਅਰਥਾਂ ਦੇ ਸਹਿਤ ਪੜ੍ਹ ਲਈਏ, ਤੇ 18 ਦਿਨਾਂ ਦੇ ਵਿੱਚ ਗੁਰੂ ਸਾਹਿਬ ਸਾਨੂੰ ਜਪਜੀ ਸਾਹਿਬ ਦੇ ਸੰਪੂਰਨ ਅਰਥ ਪਤਾ ਲੱਗ ਜਾਣਗੇ। ਤੇ ਇਸ ਤਰ੍ਹਾਂ ਗੁਰੂ ਸਵਾਰੇ ਫਿਰ ਇਹ ਜੇ ਸਾਡੇ ਉੱਤੇ ਗੁਰੂ ਦੀ ਬਖਸ਼ਿਸ਼ ਹੋਵੇਗੀ। ਤੇ ਆਪਾਂ ਜਿੰਨਾ ਆਪਾਂ ਸਮਾਂ ਫੇਸਬੁੱਕ ਵਟਸਐਪ ਉੱਤੇ ਆਪਾਂ ਲਾਉਂਦੇ ਹਾਂ, ਤੇ ਘੱਟੋ ਘੱਟ 10-15-20 ਮਿੰਟ ਆਪਾਂ ਜਦੋਂ ਸਤਿਗੁਰ ਦੀ ਬਾਣੀ ਪੜ੍ਹਨ ਲਈ, ਬਾਣੀ ਵਿਚਾਰਨ ਲਈ ਲਾ ਦਈਏ ਨਾ, ਇਸੇ ਹੀ ਮੋਬਾਇਲ ਫੋਨ ਦੇ ਵਿੱਚ ਅੱਜ ਕੱਲ੍ਹ ਤਾਂ ਬੜੀ ਗੁਰੂ ਦੀ ਕਿਰਪਾ ਹੈ। ਸੋ ਸਤਿਗੁਰੂ ਇੱਥੇ ਬਚਨ ਕਰਦੇ ਨੇ, ਕਹਿੰਦੇ ਪਰ ਉਹੀ ਕਹਿੰਦੇ ਇਸ ਨਾਮ ਨੂੰ ਜਪ ਕੇ ਤ੍ਰਿਪਤ ਅਗਾਏ ਸੰਤਾ ਗੁਰ ਜਾਣੇ ਜਿਨ ਮੰਤਾ। ਜਿਨ੍ਹਾਂ ਨੇ ਗੁਰੂ ਦੇ ਮੰਤਰ ਨੂੰ ਜਾਣਨਾ ਕੀਤਾ ਨਾ, ਉਹੀ ਫਿਰ ਚੰਗੀ ਤਰ੍ਹਾਂ ਤ੍ਰਿਪਤ ਹੋ ਜਾਂਦੇ। ਵਿਕਾਰ ਉਹਨਾਂ ਨੂੰ ਕੋ ਨਹੀਂ ਸਕਦੇ ਹਨ। ਪਦਾਰਥਵਾਦੀ ਸੋਚਣ ਦੀ ਖਤਰ ਦੇ ਵਿੱਚ ਨੇ, ਆਪਣੇ ਕਾਰ ਵਿਹਾਰ ਵੀ ਕਰਦੇ ਨੇ, ਪਰ ਦੁਨੀਆ ਵਿੱਚ ਵਿਚਰਦਿਆਂ ਹੋਇਆਂ ਦੁਨੀਆ ਤੋਂ ਉਪਰਾਮ ਰਹਿੰਦੇ ਨੇ। ਗੁਣਾਂ ਦੀ ਸਾਂਝ ਹਰ ਸਮੇਂ ਉਹ ਗੁਰੂ ਨਾਲ ਪਾ ਕੇ ਰੱਖਦੇ ਨੇ, ਪਰਮੇਸ਼ਰ ਨਾਲ ਪਾ ਕੇ ਰੱਖਦੇ ਹਨ। ਰਹਾਉ ਅਵਗਤ ਸਿਉ ਮਾਨਿਆ ਮਾਨੋ, ਗੁਰਮੁਖ ਤਤ ਗਿਆਨੋ। ਅਵਗਤ ਸਿਉ ਮਾਨਿਆ ਮਾਨੋ, ਜਿਸ ਪਰਮੇਸ਼ਰ ਦਾ ਕੋਈ ਸਰੂਪ ਹੀ ਨਹੀਂ ਹੈ, ਜਿਹਦੇ ਬਾਬਤ ਸਾਡਾ ਮਨ ਮੰਨਦਾ ਨਹੀਂ ਹੈ। ਤੇ ਸਤਿਗੁਰੂ ਕਹਿੰਦੇ ਉਸ ਮਾਲਕ ਦੇ ਨਾਮ ਦੇ ਵਿੱਚ, ਜਾਤ ਦੇ ਵਿੱਚ ਭਾਈ ਮੇਰਾ ਮਨ ਮੰਨ ਗਿਆ। ਹੁਣ ਮਨ ਮਾਨੇ ਤੋਂ ਬਿਨਾਂ ਗੁਰੂ ਸਾਹਿਬ ਪਰਮੇਸ਼ਰ ਦੀ ਭਗਤੀ ਨਹੀਂ ਹੋ ਸਕਦੀ ਹੈ। ਗੁਰਬਾਣੀ ਵਿੱਚ ਆਪਾਂ ਰੋਜ਼ਾਨਾ ਪੜ੍ਹਦੇ ਹਾਂ ਕਿ ਜਿਸ ਜੀਵ ਨੇ ਮਨ ਉੱਤੇ ਜਿੱਤ ਪ੍ਰਾਪਤ ਕਰ ਲਈ, ਉਹਨੇ ਮਨ ਸਾਰੇ ਜੱਗ ਨੂੰ ਜਿੱਤ ਲਿਆ। ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਬੇਸ। ਇੱਕ ਪਾਰਸਨਾਥ ਨਾਮੇ ਰਾਜਾ ਹੋਇਆ, ਬੜਾ ਬਹਾਦਰ, ਇੰਨਾ ਬਹਾਦਰ ਸੀ ਆਪਣੇ ਤਲਵਾਰ ਦੇ ਜ਼ੋਰ ਦੇ ਨਾਲ ਸਾਰੇ ਰਾਜੇ ਮਹਾਰਾਜਿਆਂ ਨੂੰ ਜੰਗ ਵਿੱਚ ਹਰਾ ਕੇ ਤੇ ਆਪਣੇ ਕੈਦ ਵਿੱਚ ਕਰ ਲਿਆ। ਕਈਆਂ ਨੂੰ ਮੌਤ ਦੀ ਘਾਟ ਉਤਾਰ ਦਿੱਤਾ, ਕਈਆਂ ਨੂੰ ਜਿਹੜੇ ਬਚ ਗਏ ਉਹਨਾਂ ਨੂੰ ਕੈਦ ਵਿੱਚ ਪਾ ਲਿਆ। ਫਿਰ
ਕਿਸੇ ਨੂੰ ਕਹਿਣ ਲੱਗਿਆ ਕਿ ਮੈਂ ਅਸਮੇਧ ਜਗ ਕਰਨਾ ਹੈ। ਪੁਰਾਣੇ ਸਮਿਆਂ ਵਿੱਚ ਜਦੋਂ ਸਮਾਂ ਸੀ ਤੇ ਉਦੋਂ ਇਹ ਜਗ ਇਤਿਆਦਿ ਕੀਤੇ ਜਾਂਦੇ ਸਨ। ਸਾਡੇ ਗੁਰੂ ਸਾਹਿਬਾਨ ਸਾਨੂੰ ਹੁਕਮ ਕਰਦਾ ਕਿ ਪੂਜਾ ਕਰਨੀ ਹੈ ਕੇਵਲ ਸ਼ਬਦ ਦੀ। ਸ਼ਬਦ ਦੀ, ਸਿੱਖ ਸ਼ਬਦ ਹੀ ਉਪਾਸ਼ਕ ਹੈ। ਸਿੱਖ ਨੇ ਕੋਈ ਵਰਤ ਨਹੀਂ ਰੱਖਣਾ, ਜਗ ਨਹੀਂ ਕਰਨਾ। ਸਿੱਖ ਨੇ ਇਸ ਤਰ੍ਹਾਂ ਇਹ ਕਰਮ ਕਾਂਡਾਂ ਵਿੱਚ ਨਹੀਂ ਪੈਣਾ। ਉਦੋਂ ਇਹ ਜਗ ਕੀਤੇ ਜਾਂਦੇ ਸਨ। ਕਹਿਣ ਲੱਗੇ ਇਹ ਜਗ ਦੀ ਸੰਪੰਨਤਾ ਕਿਵੇਂ ਹੋਵੇਗੀ? ਕਹਿਣ ਲੱਗੇ ਜੇ 1 ਲੱਖ ਦੇ ਕਰੀਬ ਰਾਜਿਆਂ ਦੀ ਬਲੀ ਦਿੱਤੀ ਜਾਵੇ ਨਾ, ਫਿਰ ਇਹ ਜਗ ਸੰਪੰਨ ਹੋਵੇਗਾ। ਤੇ ਪਾਰਸਨਾਥ ਨਾਮੇ ਰਾਜਾ ਕਹਿਣ ਲੱਗਿਆ ਇਹ ਕਿੱਡੀ ਕੁ ਵੱਡੀ ਗੱਲ ਹੈ। 1 ਲੱਖ ਘੋੜਾ, 1 ਲੱਖ ਰਾਜਾ, ਇਹ ਸਾਰੇ ਮੇਰੇ ਕੋਲ ਨੇ। 1 ਲੱਖ ਰਾਜਿਆਂ ਨੂੰ ਮੈਂ ਆਪਣੇ ਕੈਦਖਾਨੇ ਵਿੱਚ ਰੱਖਿਆ ਹੋਇਆ। ਘੋੜਿਆਂ ਨਾਲ ਮੇਰੇ ਤਵੇਲੇ ਭਰੇ ਹੋ। ਮੈਨੂੰ ਗਿਣਤੀ ਨਹੀਂ ਪਤਾ ਕਿੰਨੇ ਘੋੜੇ ਨੇ। ਲੱਖ ਦੀ ਗਿਣਤੀ ਕੀ ਹੈ? ਲੱਖ ਤੋਂ ਕੀ ਜ਼ਿਆਦਾ ਨੇ। ਕਹਿਣ ਲੱਗੇ ਤੁਸੀਂ ਤਿਆਰੀ ਕਰੋ। ਪੰਡਤ ਜੀ ਆ ਗਏ ਨੇ। ਜਗ ਦੀ ਆਰੰਭਤਾ ਹੋਣ ਲੱਗੀ। ਕਹਿੰਦੇ ਇੱਕ ਗਿਆਨਦੇਵ ਨਾਮੇ ਰਾਜਾ ਸੀ ਵਿੱਚ, ਉਹ ਹੱਸਦਾ। ਪਾਰਸਨਾਥ ਨਾਮੇ ਰਾਜਾ ਜਦੋਂ ਜਗ ਸ਼ੁਰੂ ਕਰਨ ਆਉਣ ਲੱਗਿਆ, ਉਹ ਹੱਸਦਾ। ਕਹਿਣ ਲੱਗਿਆ ਰਾਜਨ ਤੂੰ ਕਿਉਂ ਹੱਸਦਾ? ਕਹਿਣ ਲੱਗਿਆ ਮੈਂ ਤੇਰੀ ਮੂਰਖਤਾਈ ਤੇ ਹੱਸਦਾ ਹਾਂ। ਕਹਿਣ ਲੱਗਿਆ ਮੇਰੀ ਮੂਰਖਤਾਈ ਤੇ? ਕਹਿਣ ਲੱਗਿਆ ਤੈਨੂੰ ਪਤਾ ਇਹ ਜਗ ਕਦੋਂ ਸੰਪੰਨ ਹੁੰਦਾ ਹੈ? ਇਹ ਜਗ ਉਦੋਂ ਸੰਪੰਨ ਹੁੰਦਾ ਜਦੋਂ ਮਨੁੱਖ ਸਾਰਿਆਂ ਉੱਤੇ ਜਿੱਤ ਪ੍ਰਾਪਤ ਕਰ ਲਵੇ। ਤੇ ਰਾਜਾ ਕਹਿਣ ਲੱਗਿਆ ਕਿ ਮੈਂ ਤਾਂ ਸਾਰਿਆਂ ਉੱਤੇ ਜਿੱਤ ਪ੍ਰਾਪਤ ਕੀਤੀ ਹੈ, ਸਾਰੇ ਮੇਰੇ ਅਧੀਨ ਨੇ, ਤੁਹਾਨੂੰ ਮੈਂ ਆਪਣੇ ਗੁਲਾਮ ਬਣਾਇਆ ਹੋਇਆ। ਕਹਿਣ ਲੱਗਿਆ ਬੇਸ਼ੱਕ ਸਾਨੂੰ ਤੁਸੀਂ ਆਪਣੇ ਗੁਲਾਮ ਬਣਾ ਲਿਆ, ਪਰ ਹਾਲੇ ਇੱਕ ਰਾਜਾ ਆਜ਼ਾਦ ਹੈ ਜਿਹਦੇ ਉੱਤੇ ਤੂੰ ਕਾਬੂ ਨਹੀਂ ਪਾ ਸਕਦਾ, ਜਿਹਦੇ ਉੱਤੇ ਜਿੱਤ ਪ੍ਰਾਪਤ ਨਹੀਂ ਕਰ ਸਕਦਾ। ਕਹਿਣ ਲੱਗਿਆ ਉਹ ਕਿਹੜਾ ਰਾਜਾ? ਮੈਂ ਤਾਂ ਸਾਰੇ ਸੰਸਾਰ 'ਚ ਵਿਚਰ ਕੇ ਦੇਖ ਲਿਆ, ਜਿੰਨੇ ਵੀ ਰਾਜੇ ਨੇ ਮੇਰੇ ਅਧੀਨ ਨੇ, ਮੇਰੇ ਹੁਕਮ ਦੀ ਪਾਲਣਾ ਕਰਦੇ ਨੇ। ਉਹ ਕਿਹੜਾ ਰਾਜਾ? ਦੱਸ ਮੈਨੂੰ ਉਹਦਾ ਨਾਮ ਦੱਸ। ਨਾਮ ਦੱਸ ਤੇ ਮੈਂ ਉਹਦੇ ਉੱਤੇ ਜਿੱਤ ਪ੍ਰਾਪਤ ਕਰਾਂਗਾ। ਮੈਂ ਆਪਣੀ ਫੌਜਾਂ ਚੜ੍ਹਾਈ ਕਰਕੇ ਲੈ ਕੇ ਜਾਵਾਂਗਾ, ਯੁੱਧ ਕਰਾਂਗਾ, ਮੈਦਾਨੇ ਜੰਗ 'ਚ ਨੂੰ ਮਾਰ ਦਿਆਂਗਾ, ਜਾਂ ਨੂੰ ਜੂੰਦਾ ਪਕੜ ਲਵਾਂਗਾ। ਕਹਿਣ ਲੱਗਿਆ ਰਾਜਨ ਇਹਨਾਂ ਫੌਜਾਂ ਦੇ ਨਾਲ ਉਹ ਰਾਜਾ ਜਿੱਤਿਆ ਨਹੀਂ ਜਾਵੇਗਾ। ਕਹਿਣ ਲੱਗਿਆ ਉਹ ਕਿਹੜਾ ਰਾਜਾ ਹੈ? ਤੇ ਉਹ ਗਿਆਨਦੇਵ ਕਹਿਣ ਲੱਗਿਆ ਉਹ ਰਾਜਾ ਹੈ ਮਨ ਰੂਪੀ ਰਾਜਾ। ਜੋ ਤੱਕ ਮਨ ਰੂਪੀ ਰਾਜੇ ਉੱਤੇ ਜਿੱਤ ਪ੍ਰਾਪਤ ਨਹੀਂ ਹੁੰਦੀ, ਉਦੋਂ ਤੱਕ ਤੇਰਾ ਇਹ ਜਗ ਸੰਪੰਨ ਨਹੀਂ ਹੋਣਾ ਹੈ। ਤੇ ਪਾਰਸਨਾਥ ਰਾਜੇ ਨੇ ਗੁਰੂ ਸਵਾਰੇ ਬੜੀ ਕੋਸ਼ਿਸ਼ ਕੀਤੀ ਆਪਣੇ ਮਨ ਉੱਤੇ ਕੰਟਰੋਲ ਕਰਨ ਦੇ ਲਈ, ਮਨ ਨੂੰ ਕਾਬੂ ਕਰਨ ਦੇ ਲਈ, ਪਰ ਸਾਰੀ ਜ਼ੋਰ ਲਾ ਕੇ ਅਜਮਾਇਸ਼ ਕਰਕੇ ਦੇਖ ਲਿਆ। ਅਖੀਰ ਤੇ ਥੱਕ ਕੇ ਹਾਰ ਕੇ ਬੈਠ ਗਿਆ। ਕਹਿੰਦੇ ਨੇ ਰਾਜੇ ਨੇ ਆਤਮ ਹੱਤਿਆ ਕਰ ਲਈ ਸੀ ਕਿ ਮੈਂ ਮਨ ਰੂਪੀ ਰਾਜ ਨੂੰ ਜਿੱਤ ਨਹੀਂ ਸਕਿਆ। ਸਿਆਣਿਆਂ ਦਾ ਕਥਨ ਹੈ ਨਾ ਕਿ ਮਨ ਰਿਪ ਜੀਤਾ ਸਭ ਰਿਪ ਜੀਤੇ। ਜਿਹਨਾਂ ਮਨ ਰੂਪੀ ਬੈਰੀ ਨੂੰ ਜਿੱਤ ਲਿਆ, ਉਹਨਾਂ ਮਨ ਸਾਰੇ ਬੈਰੀਆਂ ਉੱਤੇ ਜਿੱਤ ਪ੍ਰਾਪਤ ਕਰ ਲਈ। ਸੋ ਗੁਰੂ ਸਵਾਰੇ ਇੱਥੇ ਸਤਿਗੁਰੂ ਇਹ ਬਚਨ ਕਰਦੇ ਨੇ, ਜਿਹੜੇ ਰੱਬ ਦੇ ਪਿਆਰੇ ਗੁਰਮੁਖ ਜਨ ਨੇ ਨਾ, ਅਵਗਤ ਸਿਉ ਮਾਨਿਆ ਮਨ। ਅਵਗਤ ਜਿਹੜਾ ਪਰਮੇਸ਼ਰ ਹੈ, ਵਾਹਿਗੁਰੂ ਹੈ, ਆਵਾਗੁਣ ਜਿਹੜਾ ਰਹਿਤ ਹੈ, ਕਹਿੰਦੇ ਉਹਦੇ ਨਾਲ ਮੇਰਾ ਮਨ ਕਹਿੰਦੇ ਮੰਨ ਗਿਆ ਹੈ। ਗੁਰਮੁਖ ਤਤ ਗਿਆਨ। ਗੁਰਮੁਖ ਕੌਣ ਹੈ? ਜਿਹਦਾ ਮੁਖ ਗੁਰੂ ਵੱਲ ਹੈ, ਜਿਹੜਾ ਗੁਰੂ ਸਿੱਖਿਆ ਅਨੁਸਾਰ ਚੱਲਦਾ ਹੈ, ਉਹ ਗੁਰਮੁਖ ਜਨ। ਕਹਿੰਦੇ ਉਹਨਾਂ ਨੇ ਤਤ ਸਾਰ ਨੂੰ ਪ੍ਰਾਪਤ ਕਰਕੇ ਉਹਨਾਂ ਦੇ ਅੰਦਰ ਕਹਿੰਦੇ ਇਹ ਗਿਆਨ ਪ੍ਰਾਪਤ, ਉਹਨੂੰ ਇਹ ਸੋਝੀ ਆ ਗਈ, ਜਿਹਦੇ ਰਾਹੀਂ ਉਹਨੂੰ ਪਤਾ ਲੱਗ ਗਿਆ ਜੀਵਨ ਦਾ ਅਸਲੀ ਮਕਸਦ ਕੀ ਹੈ। ਇਸ ਪ੍ਰਕਾਰ ਉਹ ਅੱਠੇ ਪਹਿਰ ਉਸ ਮਾਲਕ ਦੇ ਗੁਣਾਂ ਦਾ ਗੈਣ ਕਰਦੇ ਹਨ। ਪੇਖਤ ਸਗਲ ਨਿਧਾਨੋ ਤਜਿਓ ਮਨ ਤੇ ਅਭਮਾਨੋ। ਪੇਖਤ ਸਗਲ ਨਿਧਾਨੋ, ਜੋ ਨਿਧੀਆਂ ਦਾ ਨਿਧਾਨ ਖਜ਼ਾਨਾ ਵਾਹਿਗੁਰੂ ਹੈ, ਉਹ ਗੁਰਮੁਖ ਜਨ ਗੁਰੂ ਦੀ ਪਾਰਖੂ ਨਿਗਾਹ ਦੇ ਨਾਲ, ਕਿਉਂਕਿ ਆਪਣੀ ਨੇਤਰਾਂ ਨਾਲ ਅਸੀਂ ਨਹੀਂ ਦੇਖ ਸਕਦੇ ਹਾਂ,
ਜਿਹੜੀ ਪਾਰਖੂ ਨਿਗਾਹ ਸਾਡੇ ਗੁਰੂ ਸਾਹਿਬਾਨ ਨੇ ਆਪਣੇ ਗੁਰਮੁਖਾਂ ਨੂੰ ਬਖਸ਼ਿਸ਼ ਕੀਤੀ ਹੈ, ਉਸ ਨਿਗਾਹ ਦੇ ਨਾਲ ਉਹ ਗੁਰਮੁਖ ਜਨ ਦੇਖਦੇ ਨੇ ਕਿ ਵਾਕਈ ਉਸ ਨਿਧੀਆਂ ਦਾ ਖਜ਼ਾਨਾ ਹੈ ਪਰਮੇਸ਼ਰ। ਫਿਰ ਸਾਰੀਆਂ ਥਾਵਾਂ 'ਤੇ ਉਸ ਪਰਿਪੂਰਨ ਪਰਮਾਤਮਾ ਨੂੰ ਉਹ ਵੇਖਦੇ ਨੇ। ਜਿਵੇਂ ਆਪਾਂ ਸਤਿਗੁਰ ਦੇ ਬਚਨ ਪੜ੍ਹਦੇ ਹਾਂ ਨਾ ਕਿ ਤੂੰ ਸਭਨੀ ਥਾਈਂ ਜਿੱਥੈ ਹੋ ਜਾਈ ਸਾਚਾ ਸਿਰਜਣਹਾਰ ਜੀਓ, ਅਤੇ ਸਾਰੀਆਂ ਥਾਵਾਂ 'ਤੇ ਉਹਨੂੰ ਮਾਲਕ ਹੀ ਨਜ਼ਰ ਆਉਂਦਾ ਹੈ। ਉਸ ਵਾਹਿਗੁਰੂ ਤੋਂ ਬਿਨਾਂ ਦੂਜਾ ਕਿਸੇ ਨੂੰ ਦੇਖਦੇ ਨਹੀਂ ਹਨ। ਸਾਰੀਆਂ ਥਾਵਾਂ 'ਤੇ ਇੱਕ ਉਸ ਵਾਹਿਗੁਰੂ ਨੂੰ ਹੀ ਉਹ ਦੇਖਦੇ ਹਨ। ਅਤੇ ਕਹਿੰਦੇ ਤਜਿਓ ਮਨ ਤੇ ਅਭਿਮਾਨੋ, ਪਰ ਕਹਿੰਦੇ ਉਦੋਂ ਦੇਖਿਆ ਜਾ ਸਕਦਾ ਜਦੋਂ ਮਨੁੱਖ ਆਪਣੇ ਅੰਦਰੋਂ ਅਭਿਮਾਨੋ ਹੰਕਾਰ ਨੂੰ ਤਿਆਗ ਦੇਵੇ, ਮਾਣ ਨੂੰ ਤਿਆਗ ਦੇਵੇ। ਜਦੋਂ ਤੱਕ ਮਾਣ ਨਹੀਂ ਤਿਆਗਿਆ ਜਾਂਦਾ ਅਤੇ ਉਦੋਂ ਤੱਕ ਗੁਰੂ ਸਵਰੇ ਗੱਲ ਨਹੀਂ ਬਣਨੀ ਹੈ। ਆਮ ਤੌਰ 'ਤੇ ਮਨੁੱਖ ਨੂੰ ਸੰਸਾਰ ਵਿੱਚ ਵਿਚਰਦੇ ਆਇਆ, ਚਾਹੇ ਕੋਈ ਗਰੀਬ ਹੈ, ਚਾਹੇ ਅਮੀਰ ਹੈ, ਚਾਹੇ ਰਾਜਾ ਹੈ, ਚਾਹੇ ਭਿਖਾਰੀ ਹੈ, ਹਰ ਇੱਕ ਮਨੁੱਖ ਮਾਣ ਕਰਦਾ ਕਿ ਮੈਂ ਹੀ, ਮੇਰੇ ਵਿੱਚ ਗੁਣ ਨੇ, ਮੈਂ ਸਿਆਣਾ ਹਾਂ। ਇਹ ਜਦੋਂ ਤੱਕ ਮੈਂ ਨਹੀਂ ਮੁੱਕਦੀ ਉਦੋਂ ਤੱਕ ਗੁਰੂ ਸਵਾਰਿਓ ਰੱਬ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ। ਕਬੀਰ ਜੀ ਨੇ ਤੂੰ ਆਖ ਦਿੱਤਾ, ਰਵਿਦਾਸ ਜੀ ਨੇ ਆਖ ਦਿੱਤਾ ਕਿ ਭਾਈ ਜਦੋਂ ਤੱਕ ਮੈਂ ਪੁਣਾ ਉਦੋਂ ਤੱਕ ਤੂੰ ਨਹੀਂ ਮਿਲ ਸਕਦਾ। ਪ੍ਰਮਾਣ ਆਪਾਂ ਕਈ ਵਾਰੀ ਸਰਵਣ ਕੀਤੇ ਆ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ, ਅਨਲ ਅਗਮ ਜੈਸੇ ਲਹਿਰ ਮੈਂ ਓਦਦ, ਜਲ ਕੇਵਲ ਜਲ ਮਾਹੀ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ, ਕਿਆ ਲਾਗੈ ਮੇਰਾ। ਭਾਵ ਤੂੰ ਕਰਨ ਦੇ ਨਾਲ ਹੀ ਗੁਰੂ ਸਰ ਉਸ ਮਾਲਕ ਦੀ ਪ੍ਰਾਪਤੀ। ਜਦੋਂ ਮਨੁੱਖ ਦਾ ਮੈਂ ਹੈ, ਮੈਂ ਪੁਣਾ ਹੈ, ਮਾਣ ਹੈ ਆਪਣੇ ਧਨ ਸੰਪਦਾ ਦਾ, ਮਾਣ ਹੈ ਆਪਣੇ ਮਰਤਬੇ ਦਾ, ਮਾਣ ਹੈ ਆਪਣੀ ਜਵਾਨੀ ਦਾ, ਇਸ ਤਰ੍ਹਾਂ ਗੁਰੂ ਸਵਾਰੇ ਫਿਰ ਉਦੋਂ ਮਨੁੱਖ ਫਿਰ ਧੋਖੇ ਵਿੱਚ ਹੈ। ਜੇ ਅੱਜ ਜਵਾਨੀ ਆਈ ਹੈ ਅਤੇ ਕੱਲ੍ਹ ਨੂੰ ਬੁਢਾਪਾ ਵੀ ਆਉਣਾ ਹੈ, ਇਹ ਸੱਚ ਹੈ। ਅੱਜ ਆਪਾਂ ਜੋਬਨ ਅਵਸਥਾ ਦੇ ਵਿੱਚ ਹੈ ਅਤੇ ਹੌਲੀ ਹੌਲੀ ਬੁਢਾਪੇ ਵੱਲ ਵੀ ਵੱਧਦੇ ਜਾ ਰਹੇ ਹਾਂ। ਕੋਈ ਜਵਾਨ ਨਹੀਂ ਰਹਿ ਸਕਦਾ ਸੰਸਾਰ ਵਿੱਚ। ਜੇ ਇੱਕ ਜਵਾਨ ਆਖੇ ਮੈਂ, ਬਜ਼ੁਰਗ ਆਖੇ ਮੈਂ ਨੌਜਵਾਨ ਹੋ ਜਾਵਾਂ, ਉਹ ਨੌਜਵਾਨ ਨਹੀਂ ਹੋ ਸਕਦਾ। ਜਿਹੜਾ ਸਮਾਂ ਲੰਘ ਗਿਆ ਹੱਥੋਂ ਉਹ ਵਾਪਸ ਸਾਡੇ ਹੱਥ ਨਹੀਂ ਆ ਸਕਦਾ। ਇੱਕ ਨੌਜਵਾਨ ਆਖੇ ਕਿ ਮੈਂ ਬੱਚਾ ਬਣ ਜਾਵਾਂ, ਤੇ ਬੱਚਾ ਨਹੀਂ ਬਣ ਸਕਦਾ ਹੈ। ਬੱਚਾ ਬਣਨ ਲਈ ਉਹਨੂੰ ਦੁਬਾਰਾ ਜਨਮ ਲੈਣਾ ਪਵੇਗਾ। ਇਸ ਤਰ੍ਹਾਂ ਗੁਰੂ ਸਵਾਰਿਓ ਇਹ ਜਿਹੜਾ ਸਮਾਂ ਸਾਨੂੰ ਮਿਲਿਆ ਹੈ, ਅੱਜ ਮਿਲਿਆ ਅਤੇ ਕੱਲ੍ਹ ਨੂੰ ਪਤਾ ਨਹੀਂ ਕਿ ਮਿਲਣਾ ਕਿ ਨਹੀਂ ਮਿਲਣਾ। ਸਮੇਂ ਨੂੰ ਅਜਾਈ ਨਹੀਂ ਜਾਣ ਦਈਏ। ਅਤੇ ਸਤਿਗੁਰ ਤਜਿਓ ਮਨ ਤੇ ਅਭਿਮਾਨੋ, ਕਹਿੰਦੇ ਉਹਨਾਂ ਨੇ ਕਹਿੰਦੇ ਜਿਹਨੂੰ ਗਿਆਨ ਹੋ ਗਿਆ ਗੁਰੂ ਪਾਸੋਂ, ਉਹਨੇ ਆਪਣੇ ਅੰਦਰੋਂ ਫਿਰ ਮਨ ਤੋਂ ਅਭਿਮਾਨ ਨੂੰ ਤਜ ਦਿੱਤਾ ਹੈ। ਨਿਹਚਲ ਤਿਨ ਕਾ ਠਾਣਾ, ਗੁਰ ਤੇ ਮਹਿਲ ਪਛਾਣਾ। ਠਾਣਾ ਦਾ ਅਰਥ ਹੈ ਟਿਕਾਣਾ। ਉਹਨਾਂ ਦਾ ਟਿਕਾਣਾ ਨਿਹਚਲ ਸਦੀਵੀ ਕਾਲ ਦਾ ਹੋ ਜਾਂਦਾ ਹੈ। ਵਾਹਿਗੁਰੂ ਦੀ ਦਰਗਾਹ ਦੇ ਵਿੱਚ ਉਹ ਪ੍ਰਵਾਨ ਹੋ ਜਾਂਦੇ ਨੇ, ਉਹਨਾਂ ਨੂੰ ਥਾਂ ਮਿਲਦੀ ਹੈ ਉੱਥੇ। ਅਤੇ ਗੁਰ ਤੇ ਮਹਿਲ ਪਛਾਣਾ, ਉਹਨਾਂ ਨੇ ਫਿਰ ਗੁਰੂ ਦੀ ਕਿਰਪਾ ਦੇ ਨਾਲ ਜਿਹੜਾ ਮਹਿਲ ਸਰੂਪ ਪਰਮੇਸ਼ਰ ਵਾਹਿਗੁਰੂ ਹੈ ਨਾ, ਉਹਨੂੰ ਪਹਿਚਾਣ ਲਿਆ। ਗੁਰੂ ਹੀ ਮਿਲਿਆ ਹੋਇਆ ਅਤੇ ਸਾਨੂੰ ਗੁਰੂ ਮਿਲਾਉਣ ਵਾਲਾ ਹੈ। ਇਸ ਤਰ੍ਹਾਂ ਗੁਰੂ ਸਰ ਉਹਨਾਂ ਨੇ ਮਾਲਕ ਨੂੰ ਪਹਿਚਾਣ ਲਿਆ। ਅਨ ਦਿਨ ਗੁਰ ਮਿਲ ਜਾਗੇ, ਹਰ ਕੀ ਸੇਵਾ ਲਾਗੇ। ਜਿਹੜੇ ਅਨ ਦਿਨ ਰਾਤ ਗੁਰੂ ਨੂੰ ਮਿਲੇ ਨੇ ਨਾ, ਜਿਹੜੇ ਕਹਿੰਦੇ ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ, ਜਿਨ੍ਹਾਂ ਦੀ ਅਵਸਥਾ ਇਹੋ ਜਿਹੀ ਬਣ ਗਈ ਹੈ, ਉਹ ਦਿਨ ਰਾਤ ਗੁਰੂ ਨੂੰ ਮਿਲ ਕੇ ਜਾਗਰਤ ਅਵਸਥਾ ਵਿੱਚ ਪਹੁੰਚ ਜਾਂਦੇ ਨੇ। ਜਾਗਰਤ ਅਵਸਥਾ ਵਿੱਚ ਆ ਕੇ ਫਿਰ ਹਰ ਕੀ ਸੇਵਾ ਲਾਗੇ, ਹਰੀ ਪਰਮਾਤਮਾ ਵਾਹਿਗੁਰੂ ਦੀ ਸੇਵਾ ਵਿੱਚ ਉਹ ਲੱਗ ਜਾਂਦੇ ਨੇ। ਭਾਵ ਉਹ ਫਿਰ ਅੱਠੇ ਪਹਿਰ ਹਰੀ ਹਰੀ ਜਪਦੇ ਨੇ, ਵਾਹਿਗੁਰੂ ਵਾਹਿਗੁਰੂ ਜਪਦੇ ਨੇ। ਇਸ ਤਰ੍ਹਾਂ ਉਸ ਮਾਲਕ ਨੂੰ ਉਹ ਸੇਵਦੇ ਹਨ। ਪੂਰਨ ਤ੍ਰਿਪਤ ਅਗਾਏ, ਸਹਿਜ ਸਮਾਧ ਸੁਭਾਏ। ਪੂਰਨ ਤੌਰ 'ਤੇ
ਤ੍ਰਿਪਤ ਹੋ ਜਾਂਦੇ ਨੇ, ਅਗਾਏ ਉਹ ਰੱਜ ਜਾਂਦੇ ਨੇ। ਕਿਸੇ ਪ੍ਰਕਾਰ ਦੀ ਭੁੱਖ ਉਹਨਾਂ ਨੂੰ ਨਹੀਂ ਰਹਿੰਦੀ ਗੁਰੂ ਸਵਾਰਿਓ, ਕੇਵਲ ਨਾਮ ਦੀ ਭੁੱਖ ਰਹਿੰਦੀ ਹੈ। ਨਾਮ ਉਹਨਾਂ ਦੇ ਰੋਮ ਰੋਮ ਵਿੱਚ ਵਸਿਆ ਹੁੰਦਾ। ਉਹ ਫਿਰ ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚਲੀ ਹੈ ਦੂਖ, ਸੋ ਕਿਉ ਬਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾਏ। ਇਹੋ ਜਿਹੀ ਅਵਸਥਾ ਦੇ ਧਾਰਨੀ ਬਣ ਜਾਂਦੇ ਨੇ। ਵਿਕਾਰਾਂ ਵੱਲੋਂ ਉਹ ਤ੍ਰਿਪਤ ਹੋ ਜਾਂਦੇ ਨੇ, ਪਦਾਰਥਾਂ ਦੀ ਭੁੱਖ ਉਹਨਾਂ ਨੂੰ ਮਿਟ ਜਾਂਦੀ, ਅਗਾਏ ਉਹ ਰੱਜ ਜਾਂਦੇ ਨੇ। ਕੇਵਲ ਨਾਮ ਦੀ ਭੁੱਖ ਉਹਨਾਂ ਦੇ ਅੰਦਰ ਰਹਿੰਦੀ ਹੈ। ਹੱਠੇ ਪੈਰ ਉਹ ਸਾਸ ਗ੍ਰਹਿ ਦਾ ਨਾਮ ਜਪਦੇ ਨੇ। ਅਤੇ ਇਸ ਤਰ੍ਹਾਂ ਫਿਰ ਨਾਮ ਜਪ ਕੇ ਬੰਦਗੀ ਕਰਕੇ ਗੁਰੂ ਦੇ ਹੁਕਮ ਦੀ ਪਾਲਣਾ ਕਰਕੇ ਸਹਿਜ ਸਮਾਧ ਸੁਭਾਏ। ਉਹ ਸਹਿਜ ਸਮਾਧ ਕਿਹੜੀ ਹੈ? ਜਿੱਥੇ ਮਨ ਕਦੇ ਡੋਲਦਾ ਨਹੀਂ ਹੈ, ਜਿਹਨੂੰ ਕਹਿੰਦੇ ਆਤਮ ਅਡੋਲਤਾ ਵਾਲੀ ਅਵਸਥਾ। ਉਸ ਅਵਸਥਾ ਦੇ ਵਿੱਚ ਸੁਤੇ ਸਿੱਧ ਉਹ ਗੁਰਮੁਖ ਜਨ ਪਹੁੰਚ ਜਾਂਦੇ ਹਨ। ਹਰ ਭੰਡਾਰ ਹਾਥ ਆਇਆ, ਨਾਨਕ ਗੁਰ ਤੇ ਪਾਇਆ। ਸਤਿਗੁਰੂ ਕਹਿੰਦੇ ਪਰ ਉਹਨਾਂ ਗੁਰਮੁਖਾਂ ਦੇ ਕੋਲ ਹਰ ਭੰਡਾਰ, ਹਰੀ ਪਰਮਾਤਮਾ ਦੇ ਨਾਮ ਦਾ ਭੰਡਾਰਾ ਹਾਥ ਆਇਆ, ਹੱਥ ਵਿੱਚ ਆ ਜਾਂਦਾ ਹੈ। ਅਤੇ ਇਹ ਭੰਡਾਰਾ ਕਹਿੰਦੇ ਕਿੱਥੋਂ ਪ੍ਰਾਪਤ ਕੀਤਾ? ਕਹਿੰਦੇ ਨਾਨਕ ਗੁਰ ਤੇ ਪਾਇਆ। ਨਾਨਕ ਗੁਰੂ ਜੀ ਉਚਾਰਨ ਕਰਦੇ ਨੇ, ਕਹਿੰਦੇ ਭਾਈ ਪੂਰਨ ਗੁਰੂ ਸਾਹਿਬਾਨ ਪਾਸੋਂ, ਨਾਨਕ ਨੇ ਪੂਰਨ ਗੁਰੂ ਪਾਸੋਂ ਇਹ ਜਿਹੜਾ ਨਾਮ ਦਾ ਭੰਡਾਰਾ, ਨਾਮ ਦਾ ਖਜ਼ਾਨਾ ਪ੍ਰਾਪਤ ਕਰ ਲਿਆ ਹੈ। ਆਪਾਂ ਵੀ ਗੁਰੂ ਸਵਾਰਿਓ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲੱਗੀਏ, ਬਾਣੀ ਨੂੰ ਪੜ੍ਹੀਏ, ਬਾਣੀ ਨੂੰ ਵਿਚਾਰੀਏ, ਖੰਡੇ ਬਾਟੇ ਦਾ ਅੰਮ੍ਰਿਤ ਛਕੀਏ, ਸਾਬਤ ਸੂਰਤ ਹੋਈਏ। ਫਿਰ ਸਾਡਾ ਲੋਕ ਸੁਖੀਏ ਪਰ ਲੋਕ ਸਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਦੀ ਪਾਤਸ਼ਾਹ ਬਖਸ਼ਿਸ਼ ਕਰਨਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਆਓ ਦੋ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ। ਪੂਰਨ ਤ੍ਰਿਪਤ ਅਗਾਏ, ਸਹਿਜ ਸੁਮਾਦ ਸੁਭਾਏ। ਹਰ ਭੰਡਾਰ ਹਾਥ ਆਇਆ, ਨਾਨਕ ਗੁਰ ਪੂਰੇ ਤੇ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।